ਸਾਬਰਮਤੀ ਐਕਸਪ੍ਰੈਸ ਦੇ ਪਿਛਲੇ ਡੱਬਿਆਂ ਨੂੰ ਅੱਗ ਲੱਗਦੀ ਹੈ। ਸਾਰੇ ਡੱਬੇ ਧੂ ਧੂ ਕੇ ਜਲਦੇ ਨੇ। ਉਸ ਤੋਂ ਬਾਅਦ ਇਹੀ ਅੱਗ ਮੁਸਲਮਾਨਾਂ ਦੇ ਘਰ ਤੱਕ ਕਿੱਦਾਂ ਪਹੁੰਚੀ। ਜਿਹੜੀਆਂ ਧਿਰਾਂ ਬੜੀਆਂ ਤਾਕਤਵਰ ਸਨ, ਉਹ ਕਿਹੜੀਆਂ ਧਿਰਾਂ ਸਨ, ਕਿੱਥੋਂ ਲੈ ਕੇ ਇਨਸਾਫ ਦੀ ਲੜਾਈ ਕਿੱਥੋਂ ਤੱਕ ਚੱਲੀ। ਘਰ ਗੁਜਰਾਤ ਦੰਗਿਆਂ ਦੀ ਤਾਰ ਕਿੱਥੇ ਜਾ ਕੇ ਜੁੜਦੀ ਸੀ, ਕਿੰਨੇ ਲੋਕ ਮਾਰੇ ਗਏ ਸਨ। ਦੰਗੇ ਕਰਦਾ ਤੇ ਕਤਲੇਆਮ ਕਰਦਾ ਕਿਸੇ ਖਾਸ ਧਰਮ ਦਾ, ਤੇ ਉਸੇ ਦੌਰਾਨ ਉੱਥੇ ਬਹਿਸ ਹੁੰਦੀ ਹੈ। ਦੂਜੇ ਪਾਸੇ ਉੱਥੇ ਅੱਗ ਲੱਗ ਜਾਂਦੀ ਹੈ, ਜਿਸ ਤੋਂ ਬਾਅਦ ਪੂਰੇ ਗੁਜਰਾਤ ਦੇ ਅੰਦਰ ਮੁਸਲਮਾਨਾਂ ਦਾ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਕਤਲੇਆਮ ਹੁੰਦਾ। ਜਿਨ੍ਹਾਂ ਨੇ ਕ੍ਰਾਈਮ ਕਰਿਆ, ਜਿਹੜੇ ਫਸਟ ਕੈਟਾਗਰੀ ਸੀਗੀ, ਉਹ ਸਾਰੀ ਦੀ ਸਾਰੀ ਬਰੀ ਕਰ ਦਿੱਤੀ ਕੋਰਟ ਨੇ। ਕਿੰਨੇ ਮੁਸਲਮਾਨਾਂ ਦਾ ਨੁਕਸਾਨ ਹੋਇਆ, ਕੀ ਮੰਜ਼ਰ ਹੋਇਆ, ਇਹਦੇ ਬਾਰੇ ਥੋੜਾ ਜਿਹਾ ਦੱਸੋ ਜ਼ਰੂਰ। ਜਦੋਂ ਮੈਂ ਪੜ੍ਹ ਰਿਹਾ ਸੀ ਤੇ ਪੜ੍ਹ ਕੇ ਮਤਲਬ ਮੇਰੀ ਆਪ ਦੀ ਵੀ ਰੂਹ ਕੰਬ ਗਈ ਕਿ ਐਦਾਂ ਵੀ ਕੋਈ ਕਿਸੇ ਨਾਲ ਕਰ ਸਕਦਾ। ਉਹ ਰਿਪੋਰਟ ਦੇ ਵਿੱਚ ਦਰਜ ਹੈ ਕਿ 11 ਸਾਲ ਦੀ ਬੱਚੀ ਨਾਲ ਬਲਾਤਕਾਰ ਹੋ ਰਿਹਾ ਸੀਗਾ ਤੇ ਦੂਜੇ ਪਾਸੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ ਜਾ ਰਹੇ ਸੀ। ਇਸ ਕਤਲੇਆਮ ਦੇ ਵਿੱਚ ਜਿਹੜੇ ਸਰਕਾਰੀ ਅੰਕੜੇ ਨੇ, ਉਹਨਾਂ ਮੁਤਾਬਕ 1044 ਜਿਹੜੇ ਲੋਕ ਸੀਗੇ, ਉਹਨਾਂ ਦੀ ਮੌਤ ਹੋਈ ਹੈ। ਭਾਰਤ ਦੇ ਸੂਬੇ ਗੁਜਰਾਤ ਦੇ ਵਿੱਚ 27 ਫਰਵਰੀ 2002 ਨੂੰ ਸਾਬਰਮਤੀ ਐਕਸਪ੍ਰੈਸ ਦੇ ਪਿਛਲੇ ਡੱਬਿਆਂ ਨੂੰ ਅੱਗ ਲੱਗਦੀ ਹੈ। ਸਾਰੇ ਡੱਬੇ ਧੂ ਧੂ ਕੇ ਜਲਦੇ ਨੇ। ਉਸ ਦੇ ਵਿੱਚ ਕਿੰਨੇ ਬੱਚੇ ਮਾਰੇ ਗਏ, ਕਿੰਨੀਆਂ ਹਿੰਦੂ ਔਰਤਾਂ ਮਾਰੀਆਂ ਗਈਆਂ, ਕੁੱਲ ਕਿੰਨੇ ਹਿੰਦੂ ਜਿਹੜੇ ਯਾਤਰੀ ਮਾਰੇ ਗਏ। ਉਸ ਤੋਂ ਬਾਅਦ ਇਹੀ ਅੱਗ ਮੁਸਲਮਾਨਾਂ ਦੇ ਘਰ ਤੱਕ ਕਿੱਦਾਂ ਪਹੁੰਚੀ। ਸਮੁੱਚੇ ਗੁਜਰਾਤ ਦੇ ਵਿੱਚ ਇਹ ਅੱਗ ਭਾਂਬੜ ਬਣ ਕੇ ਕਿਸ ਤਰ੍ਹਾਂ ਫੈਲੀ। ਉਸ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ, ਕਿੰਨੇ ਲੋਕ ਜਿਹੜੇ ਸੀਗੇ ਉਹ ਮਾਰੇ ਗਏ। ਉਸ ਤੋਂ ਬਾਅਦ ਇਨਸਾਫ ਲੈਣ ਦੇ ਲਈ ਲੰਬੀ ਲੜਾਈ ਸਾਲਾਂ ਬੱਧੀ ਚੱਲੀ। ਇਨਸਾਫ ਉਹਨਾਂ ਧਿਰਾਂ ਦੇ ਖਿਲਾਫ ਲੈਣ ਦੀ ਗੱਲ ਸੀ। ਜਿਹੜੀਆਂ ਧਿਰਾਂ ਬੜੀਆਂ ਤਾਕਤਵਰ ਸਨ, ਉਹ ਕਿਹੜੀਆਂ ਧਿਰਾਂ ਸਨ, ਕਿੱਥੋਂ ਲੈ ਕੇ ਇਨਸਾਫ ਦੀ ਲੜਾਈ ਕਿੱਥੋਂ ਤੱਕ ਚੱਲੀ, ਕੀ ਮੰਜ਼ਰ ਚੱਲਿਆ ਗੁਜਰਾਤ ਦੇ ਵਿੱਚ 2002 ਦੇ ਵਿੱਚ। ਦੋਵੇਂ ਭਾਈਚਾਰਿਆਂ ਦੇ ਕਿੰਨੇ ਲੋਕ ਮਾਰੇ ਗਏ ਤੇ ਕਿਸ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ। ਅੱਜ ਸੁਪਰੀਮ ਕੋਰਟ ਦਾ ਫੈਸਲਾ ਬੀਤੇ ਦਿਨ ਜਿਹੜਾ ਆਇਆ ਹੈ, ਉਹਦੀ ਰੌਸ਼ਨੀ ਦੇ ਵਿੱਚ ਗੁਜਰਾਤ ਦੰਗਿਆਂ ਦੀ ਗੱਲ ਅਸੀਂ ਅੱਜ ਕਰਾਂਗੇ। ਜਿਹੜੇ ਸਵਾਲਾਂ ਦੇ ਜਵਾਬ ਲੈਣ ਦੇ ਲਈ ਅਸੀਂ ਤੁਹਾਡੇ ਨਾਲ ਅੱਜ ਹਾਜ਼ਰ ਹੋਏ ਆ, ਇਹ ਸਵਾਲਾਂ ਦੇ ਜਵਾਬ ਸਾਨੂੰ ਅੱਜ ਦੇਣਗੇ ਅਕਾਲ ਜੂਤ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਰਾਜਪੁਰਾ। ਆਪਣੇ ਸਟੂਡੀਓ ਵਿੱਚ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਜਿਸ ਤਰ੍ਹਾਂ ਮੈਂ ਗੱਲ ਦੇ ਸ਼ੁਰੂ ਵਿੱਚ ਕਿਹਾ ਕਿ ਸਾਬਰਮਤੀ ਐਕਸਪ੍ਰੈਸ ਦੇ ਵਿੱਚ ਸਵੇਰ ਦੇ ਸਮੇਂ ਇੱਕ ਅੱਗ ਲੱਗੀ ਸੀ। ਉਹ ਅੱਗ ਹਾਦਸਾ ਜੀ ਸੀ ਜਾਂ ਕਿਸੇ ਭਾਈਚਾਰੇ ਵੱਲੋਂ ਫਿਰਕੂ ਕਾਰਵਾਈ, ਇਹ ਵੀ ਤੁਸੀਂ ਦੱਸਣਾ। ਉਹਦੇ ਵਿੱਚ ਕਿਹੜੇ ਕਮਿਸ਼ਨ ਬੈਠੇ ਸੀ, ਉਹਨਾਂ ਦੀ ਰਿਪੋਰਟ ਕੀ ਸੀ, ਆਖਰਕਾਰ ਇਹ ਮੰਜ਼ਰ ਕੀ ਸੀ ਕਿ ਉਸ ਤੋਂ ਬਾਅਦ ਇੱਕ ਫਿਰਕੂ ਅੱਗ ਸਾਰੀ ਸਟੇਟ ਦੇ ਵਿੱਚ ਫੈਲੀ ਤੇ ਉਸ ਤੋਂ ਬਾਅਦ ਕਿੰਨੇ ਬੇਗਨਾਹ ਲੋਕ ਉਸ ਦੇ ਵਿੱਚ ਜਾਨਾਂ ਗਵਾ ਗਏ, ਕਿੰਨੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਆਬਰੂ ਜਿਹੜੀਆਂ ਸੀ ਇਹਦੇ ਵਿੱਚ ਉਸ ਦੀ ਭੇਟਾ ਚੜੀਆਂ। ਸੋ ਜੇ ਮੈਂ ਗੱਲ ਇਸ ਇਨਸਾਫ ਦੀ ਲੜਾਈ ਦੀ ਕਰਾਂ, ਜਿਹੜਾ ਇੱਕ ਭਾਈਚਾਰਾ ਮੰਗ ਰਿਹਾ ਸੀ, ਕੱਲ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ। ਕੀ ਫੈਸਲਾ ਆਇਆ ਹੈਗਾ ਆ? ਸਭ ਤੋਂ ਪਹਿਲਾਂ ਤੇ ਮੈਂ ਉਸ ਫੈਸਲੇ ਦੀ ਗੱਲ ਤੁਹਾਨੂੰ ਜ਼ਰੂਰ ਪਹਿਲਾਂ ਪੁੱਛੂੰਗਾ, ਉਸ ਤੋਂ ਬਾਅਦ ਇਹਦੀ ਬੈਕਗਰਾਉਂਡ ਮੈਨੂੰ ਜ਼ਰੂਰ ਦੱਸਣਾ ਮਾਮਲੇ ਦੀ। ਆਖਰਕਾਰ ਗੁਜਰਾਤ ਦੰਗਿਆਂ ਦੀ ਤਾਰ ਕਿੱਥੇ ਜਾ ਕੇ ਜੁੜਦੀ ਸੀ, ਕਿੰਨੇ ਲੋਕ ਮਾਰੇ ਗਏ ਸਨ। ਤੋਂ ਪਹਿਲਾਂ ਸੁਪਰੀਮ ਕੋਰਟ ਦਾ ਜਿਹੜਾ ਤਾਜ਼ਾ ਫੈਸਲਾ ਆਇਆ, ਉਹ ਜ਼ਰੂਰ ਦੱਸੋ ਕਿ ਕੀ ਫੈਸਲਾ ਆਇਆ ਜੀ।
ਜੀ, ਦੇਖੋ ਜੀ, ਪਹਿਲੀ ਗੱਲ ਤਾਂ ਮੈਂ ਸ਼ੁਰੂਆਤ ਇਸ ਗੱਲ ਤੋਂ ਕਰਾਂਗਾ ਕਿ ਜਿਹੜਾ ਮਨੁੱਖੀ ਸਰੀਰ ਪ੍ਰਮਾਤਮਾ ਨੇ ਮਿਲਿਆ, ਪ੍ਰਮਾਤਮਾ ਨੇ ਦਿੱਤਾ ਵਾ, ਜੀ, ਜੀ, ਉਹ ਸਭ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਨੇ ਇੱਥੇ। ਗੁਰੂ ਸਾਹਿਬ ਦੀ ਜਿਹੜੀ ਗੁਰਬਾਣੀ ਹੈ, ਸਾਨੂੰ ਫਰਮਾਨ ਕਰਦੀ ਹੈ, "ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ।" ਜੀ, ਸਾਨੂੰ ਆਦੇਸ਼ ਹੈ, ਹੁਕਮ ਹੈ, ਇੱਥੇ ਸਭ ਕੁਦਰਤ ਦੇ ਬੰਦੇ ਨੇ, ਕੋਈ ਮੁਸਲਮਾਨ ਨਹੀਂ, ਕੋਈ ਹਿੰਦੂ ਨਹੀਂ, ਕੋਈ ਕ੍ਰਿਸਚਨ ਨਹੀਂ, ਕੋਈ ਪਾਰਸੀ ਨਹੀਂ। ਸਭ ਤੋਂ ਜੀ, ਪਹਿਲਾਂ ਅਸੀਂ ਇੱਕ ਮਨੁੱਖ ਹਾਂ। ਜਦੋਂ ਮਨੁੱਖ ਇਹਨਾਂ ਚੀਜ਼ਾਂ ਨੂੰ ਭੁੱਲ ਜਾਂਦਾ, ਫਿਰ ਉਹ ਦੰਗੇ ਕਰਦਾ ਤੇ ਕਤਲੇਆਮ ਕਰਦਾ ਕਿਸੇ ਖਾਸ ਧਰਮ ਦਾ, ਖਾਸ ਜੀ, ਜਾਤ ਦਾ, ਖਾਸ ਖਿੱਤੇ ਦਾ। ਸੋ ਜੀ, ਉਹ ਜੀ, ਚੀਜ਼ਾਂ ਨੂੰ ਸਿੱਖ ਨੇ ਮੋਢੋਂ ਕੰਡੈਮ ਕੀਤਾ। ਸੋ ਜਿਹੜਾ ਤੁਹਾਡਾ ਸਵਾਲ ਸੀਗਾ, ਮੈਂ ਹੁਣ ਉਸ ਵੱਲ ਲਾਵਾਂਗਾ ਕਿ ਜਿਹੜੀ ਟ੍ਰੇਨ ਦੇ ਵਿੱਚ ਪਹਿਲਾਂ ਅੱਗ ਲੱਗੀ ਹੈ। ਦੇਖੋ ਜੀ, ਇੱਕ ਉੱਥੇ ਹਾਦਸਾ ਹੁੰਦਾ, ਇੱਕ ਟ੍ਰੇਨ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਜਿੱਥੇ ਉਸ ਸਮੇਂ ਜਿਹੜੇ ਉੱਥੇ ਦੁਕਾਨਦਾਰ ਸੀਗੇ ਮੁਸਲਮਾਨ ਤੇ ਉੱਥੇ ਜਿਹੜੇ ਯਾਤਰੀ ਸੀਗੇ, ਉਸੇ ਦੌਰਾਨ ਜਿਹੜੇ ਹਿੰਦੂ ਯਾਤਰੀ ਸੀਗੇ, ਜਿਹੜੇ ਅਯੋਧਿਆ ਆਪਣੇ ਧਾਰਮਿਕ ਸਥਲ ਦੇ ਦਰਸ਼ਨ ਲਈ ਗਏ ਸੀਗੇ, ਤੇ ਉਸੇ ਦੌਰਾਨ ਉੱਥੇ ਬਹਿਸ ਹੁੰਦੀ ਹੈ, ਦੂਜੇ ਪਾਸੇ ਉੱਥੇ ਅੱਗ ਲੱਗ ਜਾਂਦੀ ਹੈ ਤੇ ਜਿਹਦਾ ਇਹ ਰੌਲਾ ਬਣਾ ਲਿਆ ਜਾਂਦਾ ਕਿ ਇਹ ਅੱਗ ਹੈ ਇੱਕ ਖਾਸ ਧਰਮ ਦੇ ਲੋਕਾਂ ਨੇ, ਮੁਸਲਮਾਨ ਲੋਕਾਂ ਨੇ ਹਿੰਦੂ ਲੋਕਾਂ ਨੂੰ ਜਾਣਬੁੱਝ ਕੇ ਲਾਈ ਹੈ। ਤੇ ਜਿਸ ਤੋਂ ਬਾਅਦ ਪੂਰੇ ਗੁਜਰਾਤ ਦੇ ਅੰਦਰ ਮੁਸਲਮਾਨਾਂ ਦਾ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਕਤਲੇਆਮ ਹੁੰਦਾ ਤੇ ਜਿਸ ਦਾ ਕੱਲ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ, ਉਹ ਕੀ ਸੀ? ਜੀ, ਤੇ ਉਹ ਇਹ ਸੀ ਕਿ ਸੁਪਰੀਮ ਕੋਰਟ ਦੇ ਵਿੱਚ ਜਦੋਂ 2011 ਦੇ ਵਿੱਚ ਜਿਹੜੀ ਹੇਠਲੀ ਕੋਰਟ ਹੈਗੀ ਹੈ, ਉਹਦੇ ਵੱਲੋਂ 31 ਬੰਦਿਆਂ ਨੂੰ ਦੋਸ਼ੀ ਮੰਨਿਆ ਸੀਗਾ ਗੁਜਰਾਤ ਮੁਸਲਮਾਨਾਂ ਦੇ ਕਤਲੇਆਮ ਦੇ ਦੋਸ਼ ਵਜੋਂ। ਤੇ ਜੀ, ਜੀ, ਉਸੇ ਕੋਰਟ ਵੱਲੋਂ 64 ਬੰਦੇ ਬਰੀ ਕਰ ਦਿੱਤੇ ਸੀਗੇ। ਜੀ, ਜੀ, 31 ਬੰਦੇ ਦੋਸ਼ੀ ਮੰਨੇ ਸੀ, ਜਿਨ੍ਹਾਂ ਨੂੰ 11 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀਗੀ ਤੇ 20 ਬੰਦੇ ਸੀਗੇ ਜਿਨ੍ਹਾਂ ਨੂੰ ਲਾਈਫ ਟਰਮ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜੀ, ਤੇ ਇਹਦੇ 'ਚ ਜਿਹੜੀ ਧਿਰ ਹੈਗੀ ਹੈ, ਜਿਹੜੀ ਧਿਰ ਕੇਸ ਲੜ ਰਹੀ ਹੈ, ਸੰਬੰਧਿਤ ਕਮਿਊਨਿਟੀ ਹੈਗੀ ਹੈ, ਮੁਸਲਮਾਨ ਕਮਿਊਨਿਟੀ, ਹਾਂਜੀ, ਉਹਦਾ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਦੋਸ਼ ਹੈ ਕਿ ਜਿਹੜੇ ਇਹਦੇ ਵਿੱਚ 64 ਬੰਦੇ ਨੇ, ਜਿਹੜੇ ਪ੍ਰਮੁੱਖ ਦੋਸ਼ੀ ਸੀਗੇ, ਉਹ ਇਹ 64 ਬੰਦਿਆਂ 'ਚ ਸੀਗੇ ਤੇ ਜਿਹੜੇ ਜਿਹੜੇ ਬੰਦਿਆਂ ਨੂੰ ਸਜ਼ਾ ਸੁਣਾਈ ਹੈ, ਉਹ ਸਭ ਤੋਂ ਥੱਲੜੇ ਵਾਲੇ ਬੰਦੇ ਦੋਸ਼ੀ ਸੀਗੇ। ਜਿਹੜੀ ਥੱਲੇ ਵਾਲੀ ਚੌਥੇ 4th ਗ੍ਰੇਡ ਜਿਹੜੀ ਕੈਟਾਗਰੀ ਹੈ, ਉਹ ਬੰਦੇ ਸੀਗੇ ਜਿਹੜੇ ਥੱਲੇ, ਜਿਨ੍ਹਾਂ ਨੇ ਕ੍ਰਾਈਮ ਕਰਿਆ। ਜਿਹੜੇ ਫਸਟ ਕੈਟਾਗਰੀ ਸੀਗੀ, ਉਹ ਸਾਰੀ ਦੀ ਸਾਰੀ ਬਰੀ ਕਰ ਦਿੱਤੀ ਕੋਰਟ ਨੇ। ਹਾਂਜੀ, ਸੋ ਉਸੇ ਦੇ ਅਗੇਂਸਟ ਉਹ 2011 ਚ ਜਦੋਂ 64 ਬੰਦੇ ਬਰੀ ਕਰ ਦਿੱਤੇ, ਉਹਦੇ ਬਾਬਤ ਹੀ ਜਿਹੜੀ ਮੁਸਲਮਾਨ ਕਮਿਊਨਿਟੀ ਵੱਲੋਂ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਕਿ ਸਾਨੂੰ ਥੱਲਿਓਂ ਇਨਸਾਫ ਨਹੀਂ ਮਿਲਿਆ, ਸ਼ਾਇਦ ਸੁਪਰੀਮ ਕੋਰਟ ਤੋਂ ਇਨਸਾਫ ਮਿਲ ਜਾਵੇ। ਪਰ ਸੁਪਰੀਮ ਕੱਲ ਮੈਂ ਜਿਹੜੇ ਇਹਦੇ ਵਿੱਚ ਮੈਂਬਰ ਪਾਰਲੀਮੈਂਟ ਸੀਗੇ, ਅਹਿਸਾਨ ਜਾਫਰੀ, ਜਿਨ੍ਹਾਂ ਦਾ ਉੱਥੇ ਗਰਦਨ ਵੱਢ ਕੇ ਅੱਗ ਲਾ ਕੇ ਜਿਨ੍ਹਾਂ ਨੂੰ ਸਾੜਿਆ ਗਿਆ, ਮਾਰਿਆ ਗਿਆ, ਉਹਨਾਂ ਦੇ ਜਿਹੜੇ ਹਾਂਜੀ, ਬੇਟੇ ਨੇ, ਉਹਨਾਂ ਦੀ ਸਟੇਟਮੈਂਟ ਜਿਹੜੀ ਮੈਂ ਪੜ੍ਹ ਰਿਹਾ ਸੀਗਾ, ਤਨਵੀਰ ਜਾਫਰੀ ਹੈ ਉਹਨਾਂ ਦਾ ਬੇਟਾ, ਉਹ ਕਹਿੰਦੇ ਕਿ ਸਾਨੂੰ ਮਤਲਬ ਬਿਲਕੁਲ ਵੀ ਨਹੀਂ ਸੀਗਾ ਕਿ ਸਾਡੇ ਨਾਲ ਗੁਜਰਾਤ ਦੇ ਅੰਦਰ ਐਡਾ ਵੱਡਾ ਕਤਲੇਆਮ ਹੋਇਆ ਕਿ ਸਾਨੂੰ ਥੱਲੇ ਵਾਲੀ ਕੋਰਟ ਨੇ ਇਨਸਾਫ ਨਹੀਂ ਦਿੱਤਾ ਤੇ ਸਾਨੂੰ ਸੁਪਰੀਮ ਕੋਰਟ ਤੋਂ ਜ਼ਰੂਰ ਇਨਸਾਫ ਮਿਲੂਗਾ। ਕਹਿੰਦਾ ਮੈਂ ਬਿਲਕੁਲ ਵੀ ਇੱਕ ਮਿੰਟ ਵੀ ਨਹੀਂ ਸੋਚਿਆ ਕਿ ਸਾਨੂੰ ਜਿਹੜੀ ਸੁਪਰੀਮ ਕੋਰਟ ਹੈ ਉੱਥੋਂ ਇਨਸਾਫ ਨਹੀਂ ਮਿਲਣਾ, ਅਸੀਂ ਵੀ ਭਾਰਤ ਦੇ ਨਾਗਰਿਕ ਹਾਂ। ਹਾਂਜੀ, ਪਰ ਕਹਿੰਦਾ ਵੀ ਜਿਹੜੀ ਕੱਲ ਸੁਪਰੀਮ ਕੋਰਟ ਦੀ ਜੱਜਮੈਂਟ ਆਈ ਹੈ, ਉਹ ਪੜ੍ਹ ਕੇ ਮੇਰੇ ਹੋਸ਼ ਉੱਡ ਗਏ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਜੱਜਮੈਂਟ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਗੱਲਾਂ ਮਤਲਬ ਆਖੀਆਂ ਨੇ ਕਿ ਟਿੱਪਣੀ ਕੀਤੀ ਹੈ ਕਿ ਜਿਹੜੀਆਂ ਇਹ ਤੁਸੀਂ 64 ਬੰਦਿਆਂ ਦੇ ਜਿਹੜੇ ਨਾਂ ਤੁਸੀਂ ਲੈ ਰਹੇ ਹੋ, ਇਹ ਪਬਲਿਕਲੀ ਸਟੰਟ ਹੈਗਾ ਇੱਕ। ਜੀ, ਇਹ ਬੰਦਿਆਂ ਦੇ ਖਿਲਾਫ ਕੋਈ ਸਬੂਤ ਨਹੀਂ, ਜਾਣਬੁੱਝ ਕੇ ਇਸ ਮੁੱਦੇ ਨੂੰ ਜਿਉਂਦਾ ਰੱਖਿਆ ਜਾ ਰਿਹਾ। ਉਹ 64 ਬੰਦਿਆਂ ਦੇ ਵਿੱਚ ਮੁਲਕ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਨਾਮ ਪਹਿਲੇ ਨੰਬਰ ਤੇ ਹੈ ਕਿ ਜਿਹੜੇ ਉਹ ਦੰਗੇ ਕਰਾਉਣ ਵਾਲਾ ਜਿਹੜਾ ਕਿੰਗ ਪਿਨ ਹੈ, ਸਾਰਾ ਕੁਛ ਕਰਨ ਕਰਾਉਣ ਵਾਲਾ,
ਉਹ ਇਹ ਲੋਕ ਉਹਨਾਂ ਨੂੰ ਮੰਨਦੇ ਨੇ ਕਿ ਉਹਨਾਂ ਦੇ ਕਹਿਣ ਦੇ ਉੱਤੇ, ਉਹਨਾਂ ਦੀ ਸਰਪ੍ਰਸਤੀ ਹੇਠ, ਉਹਨਾਂ ਦੀ ਵਿਉਂਤਬੰਦੀ ਦੇ ਨਾਲ ਇਹ ਸਾਡੇ ਨਾਲ ਇਹ ਸਾਰਾ ਕੁਝ ਵਾਪਰਿਆ। ਜੀ, ਜੀ। ਸੋ ਗੱਲ ਇਹ ਸੀਗੀ ਕਿ ਇਨਸਾਫ ਦੀ ਲੜਾਈ ਸੀਗੀ ਤੇ ਜਿਹੜੇ ਹੁਸੈਨ ਜਾਫਰੀ ਸੀਗੀ ਉਹਦੀ ਵਾਈਫ ਵੱਲੋਂ, ਹਾਂਜੀ, ਤੇ ਉਹਦੇ ਬੇਟੇ ਵੱਲੋਂ ਲਗਾਤਾਰ, ਜਿੱਦਾਂ ਤੁਸੀਂ ਦੱਸ ਰਹੇ ਕਿ ਹੇਠਲੀ ਅਦਾਲਤ ਤੋਂ ਲੈ ਕੇ ਸਿੱਟ ਤੋਂ ਲੈ ਕੇ ਫਿਰ ਸਿੱਟ ਦੀ ਰਿਪੋਰਟ ਆਉਣੀ, ਕਲੀਨ ਚਿੱਟ ਮਿਲਣੀ, ਫਿਰ ਹੇਠਲੀ ਅਦਾਲਤ, ਫਿਰ ਹਾਈ ਕੋਰਟ, ਫਿਰ ਸੁਪਰੀਮ ਕੋਰਟ। ਹਾਂਜੀ, ਹੁਣ ਇਹਦੇ ਉੱਪਰ ਤੇ ਕੋਈ ਅਦਾਲਤ ਨਹੀਂ ਹੈ। ਮਾਣਯੋਗ ਅਦਾਲਤ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆ, ਹਾਂਜੀ, ਉਹਦੇ ਉੱਪਰ ਤੇ ਕੋਈ ਉਹਨਾਂ ਕੋਲ ਨਹੀਂ ਹੈ। ਹੁਣ ਮੈਂ ਜਿਹੜੀ ਇਹ ਗੱਲ ਕਰਾਂਗਾ ਕਿ ਆਖਰਕਾਰ ਇਹ ਹਾਲਾਤ ਬਣੇ ਕਿੱਦਾਂ, ਮਤਲਬ ਵਿਸਥਾਰ ਚ ਹੁਣ ਥੋੜਾ ਦੱਸਿਓ ਕਿ ਕਿਹੜੀ ਗੱਲ ਹੋਈ ਕਿ ਉੱਥੇ ਅੱਗ ਲੱਗੀ, ਕਿਹੜੀ ਗੱਲ ਹੋਈ ਕਿ ਉਹ ਵਿਵਾਦ ਨੂੰ ਕਿੱਦਾਂ ਕਨਵਰਟ ਕੀਤਾ ਗਿਆ ਹਿੰਦੂ ਮੁਸਲਮਾਨ ਦੀ ਲੜਾਈ ਦੇ ਵਿੱਚ, ਤੇ ਮੁੜ ਕੇ ਕਿੰਨੇ ਮੁਸਲਮਾਨਾਂ ਦਾ ਨੁਕਸਾਨ ਹੋਇਆ, ਕੀ ਕੀ ਮੰਜ਼ਰ ਹੋਇਆ, ਇਹਦੇ ਬਾਰੇ ਥੋੜਾ ਦੱਸੋ ਜਰੂਰ ਵੀ ਜਿਹੜੇ ਗੁਜਰਾਤ ਦੇ ਵਿੱਚ ਵਾਪਰਿਆ ਕੀ ਸੀ 27 ਫਰਵਰੀ ਤੋਂ ਲੈ ਕੇ 1 ਮਾਰਚ ਤੱਕ, ਮਤਲਬ ਮੁਸਲਮਾਨ ਭਾਈਚਾਰੇ ਦੇ ਨਾਲ। ਜੀ ਦੇਖੋ ਜੀ, ਮੈਂ ਤਾਂ ਸਮਝਦਾ ਕਿ ਇਸ ਮੁਲਕ ਦੇ ਵਿੱਚ ਕਿਤੇ ਵੀ ਜਦੋਂ ਦੰਗੇ ਹੁੰਦੇ ਨੇ, ਕਤਲੇਆਮ ਹੁੰਦਾ, ਘੱਟ ਗਿਣਤੀ ਕੌਮਾਂ ਨਾਲ ਧੱਕਾ ਹੁੰਦਾ, ਤੇ ਪਿੱਛੇ ਇੱਕੋ ਇੱਕ ਵੱਡਾ ਕਾਰਨ ਆਉਂਦਾ ਉੱਭਰ ਕੇ, ਰਾਜਨੀਤੀ, ਵੋਟਾਂ। ਜੀ ਕਿ ਹਾਂਜੀ ਕਿਵੇਂ ਅਸੀਂ ਘੱਟ ਗਿਣਤੀ ਦਾ ਕਤਲੇਆਮ ਕਰਕੇ ਉਹਨੂੰ ਦੋਸ਼ੀ ਬਣਾ ਕੇ ਬਹੁ ਗਿਣਤੀ ਦੀ ਵੋਟਾਂ ਲੈਣੀਆਂ ਨੇ। ਇਹ ਗੁਜਰਾਤ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੁੰਦਿਆਂ ਮਤਲਬ ਇਹ ਸਾਰਾ ਕੁਝ ਵਾਪਰਿਆ ਕਿ ਉੱਥੇ ਇਹ ਜਿੰਨਾ ਵੀ ਘਟਨਾਕ੍ਰਮ ਹੋਇਆ। ਸੋ ਉੱਥੇ ਜਦੋਂ ਮੈਂ ਪੜ੍ਹ ਰਿਹਾ ਸੀ ਤੇ ਪੜ੍ਹ ਕੇ ਮਤਲਬ ਮੇਰੀ ਆਪ ਦੀ ਵੀ ਰੂਹ ਕੰਬ ਗਈ ਕਿ ਐਦਾਂ ਵੀ ਕੋਈ ਕਿਸੇ ਨਾਲ ਕਰ ਸਕਦਾ। ਇਸ ਕਤਲੇਆਮ ਦੇ ਵਿੱਚ ਜਿਹੜੇ ਸਰਕਾਰੀ ਅੰਕੜੇ ਨੇ, ਉਹਨਾਂ ਮੁਤਾਬਕ 1044 ਜਿਹੜੇ ਲੋਕ ਸੀਗੇ, ਉਹਨਾਂ ਦੀ ਮੌਤ ਹੋਈ ਹੈ। ਹਾਂਜੀ ਤੇ ਜਿਹੜੇ ਉੱਥੋਂ ਦੀ ਸੰਸਥਾਵਾਂ ਦੇ ਅੰਕੜੇ ਨੇ, ਉਹ ਕਹਿੰਦੇ ਨੇ ਕਿ 2000 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਤੇ ਜਿਹਦੇ ਵਿੱਚ ਇਸ ਘਟਨਾਕ੍ਰਮ ਦੇ ਵਿੱਚ ਦੱਸਿਆ ਜਾਂਦਾ 1044 ਜਿਹੜੇ ਸਰਕਾਰੀ ਅੰਕੜੇ ਨੇ, ਉਹਦੇ ਮੁਤਾਬਕ 1044 ਜਿਹੜੇ ਮੁਸਲਮਾਨ ਕਮਿਊਨਿਟੀ ਦੇ ਲੋਕ ਸੀਗੇ, ਉਹਨਾਂ ਦੀ ਮੌਤ ਹੋਈ ਹੈ। ਤੇ 254 ਜਿਹੜੇ ਹਿੰਦੂ ਪਰਿਵਾਰਾਂ ਨਾਲ ਸੰਬੰਧਿਤ ਲੋਕ ਸੀਗੇ, ਉਹਨਾਂ ਨਾਲ ਮੌਤ ਹੋਈ ਹੈ। ਪਰ ਮੈਂ ਇੱਕ ਗੱਲ ਕਹਿਣਾ, ਭਾਵੇਂ ਇੱਥੇ ਹਿੰਦੂਆਂ ਦੀ ਮੌਤ ਹੋਈ ਹੈ ਕਤਲੇਆਮ ਦੇ ਵਿੱਚ, ਭਾਵੇਂ ਮੁਸਲਿਮ ਦੀ, ਇਹ ਸਾਡੇ ਲਈ, ਸਿੱਖਾਂ ਦੇ ਲਈ ਦੋਵੇਂ ਬਰਾਬਰ ਨੇ। ਕਿਸੇ ਵੀ ਘੱਟ ਗਿਣਤੀ ਨਾਲ, ਬਹੁ ਗਿਣਤੀ ਦੇ ਨਾਲ ਜਿਹੜਾ ਇਸ ਤਰੀਕੇ ਦੇ ਨਾਲ ਜ਼ੁਲਮ ਕਰਨਾ, ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਸ ਘਟਨਾ ਦੇ ਵਿੱਚ ਜ਼ਿਆਦਾਤਰ ਜਿਹੜਾ ਨੁਕਸਾਨ ਹੈ ਉਹ ਮੁਸਲਿਮ ਕਮਿਊਨਿਟੀ ਦਾ ਹੋਇਆ। ਉਹਨਾਂ ਨੂੰ ਇੱਕ ਯੋਜਨਾਬੰਦ ਤਰੀਕੇ ਦੇ ਨਾਲ, ਜਿੱਦਾਂ ਹੁਣ ਗੁਲਬਰਗ ਜਿਹੜੀ ਸੁਸਾਇਟੀ ਸੀਗੀ ਗੁਜਰਾਤ ਦੇ ਵਿੱਚ, ਉੱਥੇ ਉਹਨਾਂ ਦੀ ਕਮਿਊਨਿਟੀ ਨੂੰ ਜਾ ਕੇ ਉਹਨਾਂ ਦੀ ਅਫਸਰਾਂ ਨੇ ਲਿਸਟਾਂ ਦਿੱਤੀਆਂ ਕਿ ਕਿੱਥੇ ਮੁਸਲਿਮ ਲੋਕਾਂ ਦੀ ਜਿਹੜੀ ਗਿਣਤੀ ਜ਼ਿਆਦਾ, ਉਹ ਗੁਲਬਰਗ ਜਿਹੜੀ ਕਮਿਊਨਿਟੀ ਹੈ, ਉੱਥੇ ਇੱਕੋ ਦਿਨ ਦੇ ਵਿੱਚ ਲੋਕਾਂ ਨੂੰ ਜਿਉਂਦਾ ਸਾੜਿਆ ਗਿਆ, ਗਲੇ ਵੱਢੇ ਗਏ, 68 ਲੋਕਾਂ ਨੂੰ ਮਾਰਿਆ ਗਿਆ ਮੁਸਲਿਮ ਜੀ ਜੀ ਕਮਿਊਨਿਟੀ। ਤੇ ਮੈਂ ਇਹ ਜਦੋਂ ਰਿਪੋਰਟ ਸਾਰੀ ਪੜ੍ਹ ਰਿਹਾ ਸੀਗਾ ਕਿ ਜਿਹੜੇ ਐਮਪੀ ਸੀਗੇ ਜਾਫਰੀ ਉੱਥੋਂ ਦੇ, ਉਹ ਘਰੋਂ ਬਾਹਰ ਆਏ ਕਿ ਤੁਸੀਂ, ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਸਾਡੀ ਔਰਤਾਂ ਨੂੰ ਛੱਡ ਦਿਓ, ਸਾਡੇ ਬੱਚਿਆਂ ਨੂੰ ਛੱਡ ਦਿਓ, ਉਹਨਾਂ ਦੇ ਨਾਲ ਘੱਟੋ ਘੱਟ ਤੁਸੀਂ ਧੱਕਾ ਨਾ ਕਰੋ। ਤੇ ਉਸ ਜਿਹੜਾ ਮੈਂਬਰ ਪਾਰਲੀਮੈਂਟ ਸੀ ਜਾਫਰੀ, ਨਾ ਤੇ ਉਹਨੂੰ ਕਿਸੇ ਪੁਲਿਸ ਨੇ ਪ੍ਰੋਟੈਕਟ ਕੀਤਾ, ਨਾ ਉੱਥੋਂ ਕਿਸੇ ਆਰਮੀ ਨੇ ਉਹਨਾਂ ਨੂੰ ਪ੍ਰੋਟੈਕਟ ਕੀਤਾ, ਬਚਾਇਆ। ਉਹਨੂੰ ਨੰਗਾ ਕਰਕੇ ਉਹਦੀ ਪਹਿਲਾਂ ਪਰੇਡ ਕਰਾਈ ਗਈ, ਫਿਰ ਉਹਨੂੰ ਕਿਹਾ ਗਿਆ ਕਿ ਤੁਹਾਡੀ ਜਿਹੜੀ ਬਹੂ ਬੇਟੀਆਂ ਨੇ, ਉਹਨਾਂ ਨੂੰ ਅਸੀਂ ਨੰਗਾ ਕਰਾਂਗੇ। ਤੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਰਾਮ ਦਾ ਵਾਸਤਾ। ਤੇ ਉੱਥੋਂ ਦੀ ਜਿਹੜੀ ਭੀੜ ਸੀਗੀ, ਉਹ ਜੈ ਸ਼੍ਰੀ ਰਾਮ ਦੇ ਨਾਅਰੇ ਲਾ ਰਹੀ ਸੀਗੀ ਕਿ ਅਸੀਂ ਮੁਸਲਮਾਨ ਔਰਤਾਂ ਦਾ ਬਲਾਤਕਾਰ ਕਰਾਂਗੇ। ਕੀ ਹਿੰਦੂ ਧਰਮ ਜਾਂ ਜਿਹੜੇ ਇਹਨਾਂ ਦੇ ਪੂਰਵਜ ਨੇ, ਆਗੂ ਨੇ, ਦੇਵਤੇ ਨੇ, ਉਹ ਇਸ ਗੱਲ ਦੀ ਖੁੱਲ੍ਹ ਦਿੰਦੇ ਨੇ ਕਿ ਤੁਸੀਂ ਕਿਸੇ ਵੀ ਧਰਮ ਦੀ ਔਰਤਾਂ ਦੇ ਨਾਲ ਇਸ ਤਰੀਕੇ ਦਾ ਵਿਵਹਾਰ ਕਰੋ? ਫਿਰ ਇਸ ਘਟਨਾ ਦੇ ਵਿੱਚ ਜਿਹੜਾ ਬਹੁਤ ਬੁਰੇ ਤਰੀਕੇ ਦੇ ਨਾਲ ਮੁਸਲਿਮ ਲੋਕਾਂ ਦਾ ਉਸ ਤੋਂ ਬਾਅਦ ਜੇਨੋਸਾਈਡ ਕੀਤਾ ਗਿਆ।
ਕਤਲੇਆਮ ਹੋਇਆ ਕਿ ਇਹ ਲੋਕ ਪਾਕਿਸਤਾਨੀ ਨੇ, ਇਹ ਹਿੰਦੂਆਂ ਨੂੰ ਮਾਰਨਾ ਚਾਹੁੰਦੇ ਨੇ ਤੇ ਉਹਨਾਂ ਦੀ ਜਿਹੜੀ ਦੁਕਾਨਾਂ ਸੀਗੀਆਂ ਜਿੰਨੀਆਂ ਵੀ ਆ 2002 ਦੇ ਵਿੱਚ ਉਹ ਸਾੜੀਆਂ ਗਈਆਂ ਮੁਸਲਮਾਨਾਂ ਦੀ, ਲੁੱਟ-ਮਾਰ ਹੋਈ, ਬੁਰੇ ਤਰੀਕੇ ਦੇ ਨਾਲ ਕਤਲੇਆਮ ਹੋਇਆ ਤੇ ਸਭ ਤੋਂ ਇਹਦੇ 'ਚ ਅਹਿਮ ਗੱਲ ਇਹ ਹੈ ਕਿ ਇਹਦੇ ਵਿੱਚ ਬੱਚਿਆਂ ਨੂੰ ਵੀ ਨਹੀਂ ਛੱਡਿਆ ਗਿਆ। ਇੱਕ 11 ਸਾਲ ਦੀ ਬੱਚੀ ਦੇ ਨਾਲ ਇਹ ਜਿਹੜੀ ਹਿੰਦੂ ਭੀੜ ਹੈ, ਮੈਂ ਇਹ ਕੋਲੋਂ ਸ਼ਬਦ ਨਹੀਂ ਵਰਤ ਰਿਹਾ, ਇਹ ਰਿਪੋਰਟ ਦੇ ਵਿੱਚ ਦਰਜ ਹੈ ਜਿਹੜੀ ਮੇਰੇ ਕੋਲ ਮੈਂ ਮੰਗਵਾਈ ਹੈ ਆਪਣੇ ਕੋਲੇ, ਇਸ ਹਾਂਜੀ। ਕੇਸ ਦੇ ਸੰਬੰਧ ਦੇ ਵਿੱਚ। ਉਹ ਜੀ, ਜੀ। ਰਿਪੋਰਟ ਦੇ ਵਿੱਚ ਦਰਜ ਹੈ ਕਿ 11 ਸਾਲ ਦੀ ਬੱਚੀ ਨਾਲ ਬਲਾਤਕਾਰ ਹੋ ਰਿਹਾ ਸੀਗਾ ਤੇ ਦੂਜੇ ਪਾਸੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ ਜਾ ਰਹੇ ਸੀਗੇ। 11 ਸਾਲ ਦੀ ਬੱਚੀ ਨੂੰ ਵੀ ਨਹੀਂ ਇੱਥੇ ਬਖਸ਼ਿਆ ਗਿਆ। ਹੋਰ ਜਿਹੜੀ ਮੁਸਲਿਮ ਔਰਤਾਂ ਸੀਗੀਆਂ, ਉਹਨਾਂ ਨਾਲ ਕੱਲਾ ਬਲਾਤਕਾਰ ਨਹੀਂ ਹੋਇਆ। ਮਤਲਬ ਮਨੁੱਖਤਾ ਸ਼ਰਮਸ਼ਾਰ ਹੋ ਜਾਂਦੀ ਹੈ ਵੀ ਜਦੋਂ ਇਹ ਚੀਜ਼ਾਂ ਦੇਖਦੇ ਹਾਂ, ਪੜ੍ਹਦੇ ਹਾਂ ਕਿ ਕੀ ਕੁਛ ਹੋਇਆ ਉੱਥੇ। ਔਰਤਾਂ ਦੀਆਂ, ਬੀਬੀਆਂ ਦੀਆਂ ਜਿਹੜੀ ਛਾਤੀਆਂ ਨੇ, ਉਹਨਾਂ ਨੂੰ ਤਲਵਾਰਾਂ ਦੇ ਨਾਲ ਵੱਢਿਆ ਗਿਆ। ਇਹ ਵੀ ਘਟਨਾ ਸਾਹਮਣੇ ਆਈ ਹੈ ਕਿ ਹਿੰਦੂ ਧਰਮ ਦਾ ਜਿਹੜਾ ਚਿੰਨ੍ਹ ਹੈਗਾ ਤ੍ਰਿਸ਼ੂਲ, ਹਾਂਜੀ। ਇੱਕ ਔਰਤ ਦੇ ਜਿਹੜੇ ਗੁਪਤ ਅੰਗ 'ਚ ਉਹ ਵੀ ਮਾਰਿਆ ਗਿਆ। ਇਹ ਰਿਪੋਰਟ ਦੇ ਵਿੱਚ ਇਹ ਸਾਰੀਆਂ ਹੀ ਗੱਲਾਂ ਦਰਜ ਨੇ, ਇੱਥੋਂ ਤੱਕ ਕਿ ਇੱਕ ਘਟਨਾ ਤਾਂ ਹੋਰ ਵੀ ਦਿਲ ਨੂੰ, ਰੂਹ ਨੂੰ ਕੰਬਾਉਣ ਵਾਲੀ ਹੈ ਕਿ ਇੱਕ ਔਰਤ ਪ੍ਰੈਗਨੈਂਟ ਸੀਗੀ, ਉਹਦੇ ਬੱਚਾ ਹੋਣ ਵਾਲਾ ਸੀਗਾ, ਉਹਦੇ ਢਿੱਡ ਦੇ ਵਿੱਚ ਵੀ ਤ੍ਰਿਸ਼ੂਲ ਮਾਰਿਆ ਗਿਆ ਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ ਗਏ। ਸੋ ਇਹੋ ਜਿਹੀ ਜਿਹੜੀ ਦਰਦਨਾਕ ਜਿਹੜੀ ਘਟਨਾ ਉਹ ਉੱਥੇ ਵਾਪਰਦੀ ਹੈ ਗੁਜਰਾਤ ਦੇ ਵਿੱਚ। ਮੁਲਕ ਦੀ ਪੁਲਿਸ ਫੋਰਸ, ਗ੍ਰਹਿ ਮੰਤਰਾਲਿਆ ਉਹ ਸਾਰਾ ਚੁੱਪ ਸੀਗਾ। ਜਿੱਦਾਂ ਸਿੱਖਾਂ ਦੇ ਵਾਰੀ ਚੁੱਪ ਸੀਗਾ, ਦਿੱਲੀ ਦੇ ਵਿੱਚ ਵੀ ਸਿੱਖਾਂ ਦੇ ਨਾਲ ਸੇਮ ਹਾਂਜੀ। ਇਹੀ ਜਿਹੜਾ ਪੈਟਰਨ ਹੈ ਉਹ ਵਰਤਿਆ ਗਿਆ। ਇਹੀ ਜਿਹੜੀ ਸਾਰੀਆਂ ਉੱਥੇ ਜਿਹੜੀ ਘਟਨਾਵਾਂ ਇਸੇ ਤਰੀਕੇ ਦੇ ਨਾਲ ਵਾਪਰੀਆਂ। ਬਸ ਇਹਦੇ 'ਚ ਥੋੜ੍ਹਾ ਜਿਹਾ ਇਸ ਗੱਲ ਦਾ ਫ਼ਰਕ ਹੈ ਕਿ ਇਸ ਮਾਮਲੇ ਦੇ ਵਿੱਚ ਕੁਛ ਕੁ ਹਿੰਦੂ ਲੋਕਾਂ ਦੀ ਜ਼ਰੂਰ ਮੌਤ ਹੋਈ ਹੈ। ਉਹਦੀ ਵੀ ਅਸੀਂ ਨਿੰਦਾ ਕਰਦੇ ਹਾਂ, ਉਹ ਵੀ ਨਹੀਂ ਹੋਣੀ ਚਾਹੀਦੀ ਸੀ। ਪਰ ਜਿਹੜਾ ਦਿੱਲੀ ਵਿਖੇ ਸਿੱਖ ਕਤਲੇਆਮ ਹੋਇਆ, ਉੱਥੇ ਇੱਕ ਵੀ ਹਿੰਦੂ ਦੀ ਮੌਤ ਨਹੀਂ ਹੋਈ। ਫੇਰ ਵੀ ਭਾਰਤ ਸਰਕਾਰ ਕਹਿ ਰਹੀ ਹੈ ਇਹ ਕਤਲੇਆਮ ਨਹੀਂ, ਇਹ ਦੰਗੇ ਸੀ। ਇਹ ਜੀਨੋਸਾਈਡ ਨਹੀਂ ਹੈਗਾ, ਇਹ ਸਿਰਫ ਇੱਕ 2 ਫਿਰਕਿਆਂ ਦੇ ਵਿੱਚ ਦੰਗੇ ਹੋਏ ਸੀਗੇ। ਜੇ ਦੰਗੇ ਹੋਏ ਸੀ, ਤੁਸੀਂ ਦੱਸੋ ਵੀ ਇੱਕ ਵੀ ਸਿੱਖ ਨੇ ਕਿਸੇ ਮੰਦਿਰ ਨੂੰ ਅੱਗ ਲਾਈ ਹੋਵੇ, ਮੰਦਿਰ ਤੇ ਹਮਲਾ ਕੀਤਾ ਹੋਵੇ, ਇੱਕ ਵੀ ਹਿੰਦੂ ਦੀ ਇਸ ਮਾਮਲੇ 'ਚ ਮੌਤ ਹੋਈ ਹੋਵੇ। ਸਾਡੇ ਤੁਸੀਂ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸੀਸ ਦਿੱਤਾ ਸੀਗਾ ਹਿੰਦੂਆਂ ਦੇ ਲਈ, ਇਸ ਖਿੱਤੇ ਦੇ ਲੋਕਾਂ ਦੇ ਲਈ, ਮਨੁੱਖਤਾ ਦੇ ਲਈ, ਤੁਸੀਂ ਉਸ ਸਥਾਨ ਨੂੰ ਵੀ ਨਹੀਂ ਬਖਸ਼ਿਆ, ਉਹਨੂੰ ਵੀ ਤੁਸੀਂ ਅੱਗ ਲਾਈ ਹੈ। ਸੋ ਈਵਨ ਜਿਸ ਤਰੀਕੇ ਦਾ ਪੈਟਰਨ ਉੱਥੇ ਸੀਗਾ, ਉਸੇ ਤਰੀਕੇ ਦਾ ਪੈਟਰਨ ਮਿਲਦਾ-ਜੁਲਦਾ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਜਿਹੜਾ ਇਹ ਵਰਤਿਆ ਗਿਆ। ਇੱਕ ਤਰੀਕੇ ਦੇ ਨਾਲ ਉੱਥੋਂ ਦੀ ਕਮਿਊਨਿਟੀ ਨੂੰ ਬਿਲਕੁਲ ਉਹਦਾ ਕਤਲੇਆਮ, ਜੇਨੋਸਾਈਡ, ਛੋਟੀ-ਛੋਟੀ ਬੱਚੀਆਂ ਨੂੰ ਨਹੀਂ ਛੱਡਿਆ ਗਿਆ, ਔਰਤਾਂ ਨੂੰ ਨਹੀਂ ਛੱਡਿਆ ਗਿਆ, ਬਜ਼ੁਰਗਾਂ ਨੂੰ ਮਤਲਬ ਮਾਰਿਆ ਗਿਆ। ਉਹਨਾਂ ਨੂੰ ਨੰਗਿਆਂ ਕਰਕੇ ਬਾਜ਼ਾਰਾਂ ਦੇ ਵਿੱਚ ਘੁਮਾਇਆ ਗਿਆ। ਕੱਲਾ ਬਾਜ਼ਾਰਾਂ 'ਚ ਘੁਮਾਇਆ ਨਹੀਂ, ਭੀੜ ਵੱਲੋਂ ਉਹਨਾਂ ਨਾਲ ਬਲਾਤਕਾਰ ਕੀਤੇ ਗਏ। ਬਲਾਤਕਾਰ ਕਰਨ ਤੋਂ ਬਾਅਦ ਉਹਨਾਂ ਨੂੰ ਜਿਉਂਦਿਆਂ ਸਾੜਿਆ ਗਿਆ। ਸੋ ਇਹੋ ਜਿਹੀ ਘਟਨਾ ਜਦੋਂ ਪੜ੍ਹਦੇ ਹਾਂ, ਸਾਡਾ ਤਾਂ ਓਦਾਂ ਪੜ੍ਹ ਕੇ ਹੀ ਜਿਹੜੀ ਰੂਹ ਹੈ ਉਹ ਕੰਬ ਜਾਂਦੀ ਹੈ। ਤੇ ਜਿਹੜੀ ਇਹੋ ਜਿਹੀ ਸਰਕਾਰ ਬਣੀ ਹੋਈ ਹੈ, ਇਹੋ ਜਿਹੇ ਉੱਥੋਂ ਦੇ ਲੋਕ ਨੇ ਜਿਹੜੇ ਸ਼੍ਰੀ ਰਾਮ ਦੇ ਨਾਂ ਦੇ ਉੱਤੇ ਮਤਲਬ ਇਹੋ ਜਿਹੇ ਕੰਮ ਕਰ ਰਹੇ ਨੇ। ਅ, ਭਾਈ ਸਾਹਿਬ, ਜਿਹੜੀਆਂ ਘਟਨਾਵਾਂ ਦਾ ਤੁਸੀਂ ਵੇਰਵਾ ਦਿੱਤਾ, ਜੀ, ਸ਼ਾਇਦ ਦਰਿੰਦਗੀ ਸ਼ਬਦ ਵੀ ਉਹਦੇ ਤੋਂ ਨੀਵਾਂ ਰਹਿ ਜਾਂਦਾ ਹੋਵੇ। ਜਿਹੜੀਆਂ ਇਹ ਜੀ, ਜੀ, ਆਪਾਂ ਕਹਿ ਸਕਦੇ ਹਾਂ ਕਿ ਘਿਨਾਉਣੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ, ਵਹਿਸ਼ੀਪੁਣਾ, ਦਰਿੰਦਗੀ ਤੇ ਆਪਾਂ ਹੋਰ ਕੀ ਕਹੀਏ, ਉਹ ਵੀ ਸ਼ਬਦ ਛੋਟੇ ਪੈ ਜਾਂਦੇ ਆ। ਹਾਂਜੀ। ਇਨਸਾਨੀਅਤ ਸ਼ਾਇਦ ਪਰ ਲਾ ਕੇ ਉੱਡ ਜਾਂਦੀ ਆ। ਸਿਸਟਮ ਜਿਹੜਾ ਹੈ ਉਸ ਚੀਜ਼ ਨੂੰ ਅਲਾਓ ਕਰ ਰਿਹਾ ਹੁੰਦਾ ਉਦੋਂ, ਜਿੱਦਾਂ 84 ਚ ਸਿੱਖਾਂ ਨਾਲ ਹੋਇਆ ਤਾਂ ਉਸ ਸਮੇਂ ਸਿਸਟਮ ਯੋਜਨਾਬੱਧ ਤਰੀਕੇ ਨਾਲ ਅਲਾਓ ਕਰ ਰਿਹਾ ਸੀਗਾ। ਹਾਂਜੀ। ਲੇਕਿਨ ਮੇਰਾ 1-2 ਸਵਾਲ ਹੈਗੇ ਆ। ਜਦੋਂ ਵੀ ਏਦਾਂ ਦਾ ਕਤਲੇਆਮ ਵਾਪਰਦਾ ਹੈ ਕਿਸੇ ਇੱਕ ਭਾਈਚਾਰੇ ਦੇ ਨਾਲ, 2 ਚੀਜ਼ਾਂ ਵੱਲੋਂ ਰਿਸਪੌਂਸ ਆਉਣਾ ਹੁੰਦਾ। ਇੱਕ ਉਹ ਦੇਸ਼ ਦੇ ਲੋਕਾਂ ਵੱਲੋਂ, ਸਮੁੱਚੇ ਰਹਿਣ ਵਾਲੇ ਦੇਸ਼ ਜਿਹੜੇ ਆ, ਕਿ ਉਹ ਇਹਨਾਂ ਘਟਨਾਵਾਂ ਨੂੰ ਕਿੱਦਾਂ ਦੇਖਦੇ ਹੈਗੇ ਆ। ਹਾਂਜੀ। ਤੇ ਦੂਜਾ ਜੁਡੀਸ਼ਰੀ ਵੱਲੋਂ। ਇਹੋ ਜਿਹੀਆਂ ਹਿਰਦੇ ਵੇਦਕ ਜਿਹੜੀਆਂ ਘਟਨਾਵਾਂ ਦਾ ਤੁਸੀਂ ਜ਼ਿਕਰ ਕੀਤਾ,
ਉਹਨੂੰ ਦੇਖ ਕੇ ਤੇ ਕੋਰਟਾਂ ਖੁਦ ਹੀ ਸੂ ਮੋਟਸ ਲੈਂਦੀਆਂ ਨੇ, ਚਾਹੇ ਅੱਗੇ ਜਿੰਨਾ ਮਰਜ਼ੀ ਪਾਵਰਫੁਲ ਬੰਦਾ ਹੋਵੇ। ਹਾਂਜੀ, ਤੇ ਇਹਦੀ ਜੀ ਰੋਸ਼ਨੀ 'ਚ ਮੈਂ ਇੱਕ ਗੱਲ ਕਰੂੰਗਾ ਕਿ ਜੇ ਟ੍ਰੇਨ ਨੂੰ ਅੱਗ ਲੱਗੀ ਸੀ ਜਾਂ ਲਗਾਈ ਗਈ ਸੀ, ਉਹ ਮੰਨ ਕੇ ਚੱਲੀਏ 2 ਕਮਿਸ਼ਨ ਬੈਠੇ। ਇੱਕ ਕਮਿਸ਼ਨ ਨੇ ਕਿਹਾ ਕਿ ਅੱਗ ਇੱਕ ਭਾਈਚਾਰੇ ਵੱਲੋਂ ਲਗਾਈ ਗਈ ਹੈ, ਮੁਸਲਮਾਨ ਭਾਈਚਾਰੇ ਵੱਲੋਂ। ਇੱਕ ਕਮਿਸ਼ਨ ਨੇ, ਰੇਲਵੇ ਬੋਰਡ ਦੇ ਨੇ ਕਿਹਾ, ਬੈਨਰਜੀ ਕਮਿਸ਼ਨ ਨੇ, ਕਿ ਇਹ ਅੱਗ ਕੁਦਰਤੀ ਹਾਦਸਾ ਸੀ। ਹਾਂਜੀ, ਉਸ ਰਿਪੋਰਟ ਨੂੰ ਮੰਨ ਲਿਆ ਗਿਆ ਜਿਹਦੇ 'ਚ ਇਹ ਗੱਲ ਕਹੀ ਗਈ ਸੀ ਕਿ ਇਹ ਅੱਗ ਮੁਸਲਮਾਨ ਭਾਈਚਾਰੇ ਵੱਲੋਂ ਲਗਾਈ ਗਈ ਸੀ, ਜਾਣ ਬੁੱਝ ਕੇ, ਜਿਹਦੇ 'ਚ 68 ਹਿੰਦੂਆਂ ਦੀ ਜਾਨ ਗਈ। ਮੇਰਾ ਸਵਾਲ ਇਹ ਹੈਗਾ ਕਿ ਫਿਰ ਹੁਣ ਜਿਹੜੀ ਇਨਸਾਫ ਦੀ ਲੰਬੀ ਲੜਾਈ ਚੱਲੀ ਆ, ਹਾਂਜੀ, ਸਿੱਟ ਦੀ ਜਾਂਚ ਤੋਂ ਲੈ ਕੇ ਜਿੰਨੇ ਕਲੀਨ ਚਿਟ ਦੇ ਦਿੱਤੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 64 ਬੰਦਿਆਂ ਨੂੰ, ਹਾਂਜੀ, ਤੇ ਉਸ ਤੋਂ ਬਾਅਦ ਸੁਪਰੀਮ ਕੋਰਟ, ਸਿੱਟ ਤੋਂ ਬਾਅਦ ਸੈਸ਼ਨ ਕੋਰਟ ਤੋਂ ਬਾਅਦ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ। ਹਾਂਜੀ, ਇੰਨੀ ਲੰਮੀ ਲੜਾਈ ਲੜਨ ਤੋਂ ਬਾਅਦ ਇਹ ਜੱਦੋਜਹਿਦ ਦੇ ਵਿੱਚ ਨਿਕਲਿਆ ਕੀ, ਤੇ ਭਾਰਤ ਦਾ ਜਿਹੜਾ ਬਹੁਚਾਰ ਭਾਈਚਾਰਾ ਆ, ਜਿਹੜਾ ਇਨਸਾਨੀਅਤ ਦੇ ਨਾਂ ਤੇ ਸਾਨੂੰ ਸਭ ਨੂੰ ਇਕੱਠੇ ਹੋਣਾ ਚਾਹੀਦਾ, ਇੱਕ ਆਵਾਜ਼ 'ਚ ਕਹਿਣਾ ਚਾਹੀਦਾ ਕਿ ਗਲਤ ਸੀ। ਹਾਂਜੀ, ਉਧਰੋਂ ਕੋਈ ਆਵਾਜ਼ ਪਹਿਲਾਂ ਆਈ ਹੋਵੇ, ਅੱਜ ਆਈ ਹੋਵੇ ਫੈਸਲੇ ਤੋਂ ਬਾਅਦ ਭਾਰਤ ਦਾ ਬਹੁਗਿਣਤੀ ਭਾਈਚਾਰੇ ਤੋਂ, ਜਾਂ ਜਿਹੜੇ ਪੋਲੀਟੀਕਲ ਪਾਰਟੀਆਂ ਉਹਨਾਂ ਨੇ ਧਰਮ ਤੋਂ ਉੱਠ ਕੇ ਆਵਾਜ਼ ਉਠਾਈ ਹੋਏ ਕਿ ਨਹੀਂ, ਇਨਸਾਫ ਮਿਲਣਾ ਚਾਹੀਦਾ। ਦੇਖੋ ਜੀ, ਮੈਂ ਇਸੇ ਕਰਕੇ ਗੁਰਬਾਣੀ ਦਾ ਜਿਹੜਾ ਸ਼ਬਦ ਹੈ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਉੱਥੋਂ ਸ਼ੁਰੂਆਤ ਕੀਤੀ ਸੀ ਕਿ ਜਦੋਂ ਵੀ ਕਿਤੇ ਕਿਸੇ ਵੀ ਕਮਿਊਨਿਟੀ ਦੇ ਨਾਲ ਕਤਲੇਆਮ ਹੁੰਦਾ, ਜੈਨੋਸਾਈਡ ਹੁੰਦਾ, ਬਹੁ ਬੇਟੀਆਂ ਦੀ ਇੱਜ਼ਤਾਂ ਲੁੱਟੀਆਂ ਜਾਂਦੀਆਂ, ਤੇ ਉੱਥੇ ਸਾਰੇ ਹੀ ਧਰਮ ਦੇ ਲੋਕਾਂ ਨੂੰ ਇਕੱਠਿਆਂ ਹੋ ਕੇ ਆਵਾਜ਼ ਚੁੱਕਣੀ ਚਾਹੀਦੀ ਹੈ। ਜੇਕਰ ਸਿੱਖਾਂ ਦੇ ਨਾਲ ਦਿੱਲੀ 'ਚ ਆਹ ਸਾਰਾ ਕੁਝ ਜਦੋਂ ਹੋਇਆ, ਜੇ ਉਸ ਸਮੇਂ ਜੀ, ਕ੍ਰਿਸਚਨਾਂ ਵੱਲੋਂ, ਮੁਸਲਮਾਨਾਂ ਵੱਲੋਂ ਇਹ ਵੱਡੇ ਪੱਧਰ ਦੇ ਉੱਤੇ ਆਵਾਜ਼ ਚੁੱਕੀ ਜਾਂਦੀ, ਤੇ ਇਹ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੇ ਨਾਲ ਇਹ ਘਟਨਾ ਨਹੀਂ ਵਾਪਰਦੀ ਸੀ। ਜੀ, ਜੇ ਕ੍ਰਿਸਚਨਾਂ ਵੱਲੋਂ ਸਿੱਖਾਂ ਸਿੱਖਾਂ ਦੇ ਨਾਲ ਰਲ ਕੇ ਮੁਸਲਮਾਨਾਂ ਦੇ ਖਿਲਾਫ ਜਿਹੜਾ ਹੋਇਆ, ਉਹ ਆਵਾਜ਼ ਚੁੱਕਦੇ, ਜਾਂ ਮੁਸਲਮਾਨਾਂ ਨੂੰ ਨਾਲ ਲੈ ਕੇ, ਤੇ 2008 ਦੇ ਵਿੱਚ ਜੋ ਕ੍ਰਿਸਚਨਾਂ ਦੇ ਨਾਲ ਉੜੀਸਾ ਦੇ ਵਿੱਚ ਹੋਇਆ, ਜਾਂ ਦੱਖਣ ਭਾਰਤ ਦੇ ਕਈ ਸੂਬਿਆਂ 'ਚ ਹੋਇਆ, ਉਹ ਕ੍ਰਿਸਚਨ ਹਾਂ, ਲੋਕਾਂ ਦੇ ਨਾਲ ਨਹੀਂ ਵਾਪਰਨਾ ਸੀ। ਸੋ ਇਸ ਲਈ ਫਿਰ ਹੁਣ ਮੈਂ ਇੱਕ ਹੋਰ ਵੀ ਜਿਹੜੀ ਕਮਿਊਨਿਟੀ ਹੈ, ਜਿਹਨੂੰ ਦਲਿਤ ਭਾਈਚਾਰਾ ਕਹਿੰਦੇ ਆ ਸਿੱਖਾਂ ਲਈ, ਤੇ ਉਹ ਸਾਡੇ ਬਰਾਬਰ ਦੇ ਭਰਾ ਨੇ, ਉਹਨਾਂ ਨੂੰ ਬਰਾਬਰ ਦੇ ਹੱਕ ਹਕੂਕ ਨੇ, ਪਰ ਲੋਕਾਚਾਰੀ ਜਿਹੜਾ ਸ਼ਬਦ ਵਰਤਿਆ ਜਾਂਦਾ, ਕਿ ਦਲਿਤਾਂ ਨਾਲ ਵੀ ਮੁਲਕ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਇਹੋ ਜਿਹੇ ਘਿਨਾਉਣੇ ਅਪਰਾਧ ਹੁੰਦੇ ਨੇ ਕਿ ਉੱਥੇ ਵੀ ਸਾਨੂੰ ਘੱਟ ਗਿਣਤੀ ਕੌਮਾਂ ਨੂੰ ਵੀ, ਤੇ ਸਾਡੇ ਖਾਸ ਦਲਿਤ ਭਾਈਚਾਰੇ ਨੂੰ ਵੀ, ਉਹ ਘੱਟ ਗਿਣਤੀ ਕੌਮਾਂ ਦੇ ਨਾਲ ਰਹਿ ਕੇ ਇਸ ਮੁਲਕ ਦੀ ਸਟੇਟ ਦਾ, ਮੁਲਕ ਦੀ ਬਹੁ ਗਿਣਤੀ ਫਿਰਕੂ ਸੋਚ ਦੇ ਧਾਰਨੀ ਲੋਕਾਂ ਦਾ ਇਕੱਠਿਆਂ ਹੋ ਕੇ ਵਿਰੋਧ ਕਰਨਾ ਪਵੇਗਾ। ਨਹੀਂ ਤਾਂ ਵਾਰੋ-ਵਾਰੀ ਸਿਰ ਸਾਡੇ ਨਾਲ ਇਹੋ ਜਿਹੇ ਜਿਹੜੇ ਜੈਨੋਸਾਈਡ ਨੇ ਉਹ ਵਾਪਰਦੇ ਰਹਿਣਗੇ। ਕਿਉਂਕਿ ਮੈਂ ਦਲਿਤ ਭਾਈਚਾਰੇ ਦੀ ਗੱਲ ਤਾਂ ਕੀਤੀ ਹੈ ਕਿ ਪੰਜਾਬ ਦੇ ਵਿੱਚ ਕਿਤੇ ਛੋਟੀ ਜਿਹੀ ਘਟਨਾ ਵਾਪਰ ਜਾਵੇ, ਮੀਡੀਆ ਵੱਲੋਂ ਇਸ ਗੱਲ ਨੂੰ ਬੜਾ ਉਛਾਲਿਆ ਜਾਂਦਾ ਕਿ ਸਿੱਖਾਂ ਵੱਲੋਂ ਉਹਨਾਂ ਦੇ ਨਾਲ ਆਹ ਕੀਤਾ ਗਿਆ, ਛੋਟੀ ਜਿਹੀ, ਜਦੋਂ ਕਿ ਜਿਹੜੀਆਂ ਬਾਕੀ ਰਾਜ ਨੇ, ਬਾਕੀ ਸਟੇਟਾਂ ਨੇ, ਪੰਜਾਬ ਦਾ ਸਭ ਤੋਂ ਘੱਟ ਕ੍ਰਾਈਮ ਪੰਜਾਬ ਦੇ ਵਿੱਚ ਹੈ ਦਲਿਤਾਂ ਦੇ ਖਿਲਾਫ। ਜੀ, ਬਾਰੀਆ ਸਾਹਿਬ, ਫਿਰ ਵੀ ਪੰਜਾਬ ਦੇ ਵਿੱਚ ਸਿੱਖਾਂ ਨੂੰ ਇਸ ਗੱਲ ਨੂੰ ਲੈ ਕੇ ਨਿਸ਼ਾਨਾ ਬਣਾ ਲਿਆ ਜਾਂਦਾ, ਜਦੋਂ ਕਿ ਜੇ ਕਿਤੇ ਕੋਈ ਸਿੱਖ ਮਨਮਤੀਆ ਕੋਈ ਕਿਸੇ ਦਲਿਤ ਨਾਲ ਧੱਕਾ ਕਰਦਾ, ਉੱਥੇ 10 ਦੂਜੇ ਸਿੱਖ ਦਲਿਤ ਨਾਲ ਖੜਦੇ ਵੀ ਨੇ। ਇਹ ਬਾਕੀ ਸਟੇਟਾਂ ਦੇ ਵਿੱਚ ਨਹੀਂ ਹੈਗੀ ਇਹ ਚੀਜ਼ਾਂ। ਚਲੋ ਖੈਰ, ਮੇਰਾ ਇਹ ਵਿਸ਼ਾ ਨਹੀਂ, ਤੇ ਗੱਲ ਕਰਦੇ ਸੀ ਏਕਤਾ ਦੀ, ਕਿ ਸਾਨੂੰ ਸਾਰੀਆਂ ਹੀ ਸਮੁੱਚੀਆਂ ਹੀ ਕੌਮਾਂ ਨੂੰ ਇਕੱਠਿਆਂ ਹੋ ਕੇ ਇਸ ਜਿਹੜੀ ਮਨੂਵਾਦੀ ਸੋਚ ਹੈਗੀ ਹੈ, ਉਹਦਾ ਇਕੱਠਿਆਂ ਹੋ ਕੇ ਟਾਕਰਾ ਕਰਨਾ ਪਵੇਗਾ। ਜੀ। ਮੈਂ ਇੱਕ ਦੋ ਸਵਾਲ ਰਹਿ ਨਾ ਜਾਣ, ਉਹ ਬੜਾ ਜ਼ਰੂਰੀ ਆ ਕਿ ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਇੱਕ ਹੋਰ ਵੀ ਆਇਆ ਆ ਕਿ ਫੈਸਲਾ ਤੇ ਇਨਸਾਫ ਤੇ ਚਲੋ ਕਿੱਦਾਂ ਮਿਲਿਆ ਜਾਂ ਕਿਵੇਂ ਮਿਲਿਆ, ਉਹ ਤਾਂ ਹੁਣ ਲੋਕ ਬਿਹਤਰ ਜਾਣਦੇ ਆ, ਪਰ ਨਾਲ ਇਹ ਵੀ ਆਰਡਰ ਆ ਗਿਆ ਵੀ ਜਿਨ੍ਹਾਂ ਨੇ ਇਲਜ਼ਾਮ ਲਾਏ ਸੀ, ਪਟੀਸ਼ਨ ਪਾਈ ਸੀ, ਉਹਨਾਂ ਨੇ ਝੂਠੇ ਸਬੂਤ ਦਿੱਤੇ ਤੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋ ਗਈ ਆ। ਉਹ ਵੀ ਦੱਸੋ ਕਿ ਇੱਕ ਐਕਟਿਵਿਸਟ ਫੜੀ ਹੈਗੀ ਆ ਮਹਾਰਾਸ਼ਟਰ ਵੱਲੋਂ,
ਅਤੀਸਤਾ, ਹਾਂਜੀ, ਬੰਦਨਾ ਸ਼ਾਇਦ ਏਦਾਂ ਦਾ ਨਾਂ ਆ, ਮੈਨੂੰ ਪੂਰਾ ਪਤਾ ਨਹੀਂ ਹੈਗਾ। ਜੀ ਤੁਹਾਨੂੰ ਜੀ ਉਹਦੇ ਬਾਰੇ ਜਾਣਕਾਰੀ ਹੋਊਗੀ, ਉਹਦੇ ਬਾਰੇ ਵੀ ਦੱਸਿਓ ਵੀ ਹੁਣ ਉੱਧਰ ਕੀ ਭਾਅ ਟੁੱਟਿਆ ਹੈਗਾ ਉਸ ਤੋਂ ਬਾਅਦ। ਦੇਖੋ ਜੀ, ਉਹ ਜਿਹੜੀ ਬੀਬੀ ਹੈਗੀ ਹੈ ਜਾਂ ਹੋਰ ਉਹ ਜਿਹੜੀ ਸਮੁੱਚੀ ਐਨਜੀਓ ਚਲਾਉਂਦੇ ਸੀਗੇ, ਹਾਂਜੀ, ਜਿਨ੍ਹਾਂ ਵੱਲੋਂ 2002 ਤੋਂ ਲੈ ਕੇ ਜਿਨ੍ਹਾਂ ਨੇ ਕਤਲੇਆਮ ਕੀਤਾ ਮੁਸਲਮਾਨਾਂ ਦਾ, ਉਹ ਕੇਸ ਲੜਿਆ ਸਾਰਾ। ਹਾਂਜੀ, ਤੇ 2011 ਚ ਜਦੋਂ ਉਹਨਾਂ ਨੇ ਦੇਖਿਆ ਕਿ ਸਾਨੂੰ ਇਨਸਾਫ ਨਹੀਂ ਮਿਲਿਆ, ਉਹ ਇਕੱਠਿਆਂ ਹੋ ਕੇ ਸੁਪਰੀਮ ਕੋਰਟ ਗਏ ਨੇ ਕਿ ਆਹ ਬੰਦੇ ਦੋਸ਼ੀ ਨੇ। ਤੇ ਤੁਸੀਂ ਦੇਖੋ ਵੀ ਇਸ ਮੁਲਕ 'ਚ ਜਿੱਥੇ ਕਤਲੇਆਮ ਹੁੰਦਾ, ਉਹ ਬੰਦੇ ਤੇ ਉਹਨਾਂ ਦੇ ਪਰਿਵਾਰ ਤੇ ਨਹੀਂ ਸੇਫ। ਤੇ ਜਿਹੜੇ ਬੰਦੇ ਕੇਸ ਦੀ ਪੈਰਵਾਈ ਕਰ ਰਹੇ ਨੇ, ਕੇਸ ਲੜ ਰਹੇ ਨੇ, ਕੇਸ ਲੜਨ ਦੇ ਲਈ ਐਨਜੀਓ ਬਣਾ ਰਹੇ ਨੇ, ਉਹਨਾਂ ਲੋਕਾਂ ਨੂੰ ਵੀ ਨਹੀਂ ਹੁਣ ਛੱਡਿਆ ਜਾ ਰਿਹਾ। ਨਾਲੇ ਇੱਥੇ ਕਿਹਾ ਜਾਂਦਾ ਕਿ ਇੱਥੇ ਲੋਕਤੰਤਰ ਹੈ, ਕਿ ਲੋਕਤੰਤਰ ਦੇ ਵਿੱਚ ਕੇਸ ਲੜਨ ਵਾਲੇ ਲੋਕਾਂ ਦੇ ਖਿਲਾਫ ਵੀ ਕੇਸ ਦਰਜ ਹੁੰਦੇ ਨੇ। ਸੋ ਜੇ ਏਦਾਂ ਸਾਰਾ ਕੁਝ ਹੈਗਾ, ਫਿਰ ਤੁਸੀਂ ਅਦਾਲਤਾਂ ਕਾਹਦੇ ਨਾਲ ਬਣਾਈਆਂ ਨੇ? ਕਿਉਂ ਜੱਜ ਬਿਠਾਏ ਹੋਏ ਨੇ? ਸਾਰਾ ਕੁਝ ਬੰਦ ਕਰਕੇ ਇੱਕ ਤਾਨਾਸ਼ਾਹੀ ਰਾਜ ਸਿੱਧੇ ਰੂਪ 'ਚ ਚਲਾਓ ਤੁਸੀਂ, ਕਿ ਨਹੀਂ ਅਸੀਂ ਕਿਸੇ ਨੂੰ ਇਨਸਾਫ ਦੇਣਾ, ਜੋ ਸਾਡੀ ਮਰਜ਼ੀ ਹੋਊਗੀ ਉਸ ਤਰੀਕੇ ਦੇ ਨਾਲ, ਉਸ ਕਮਿਊਨਿਟੀ ਦੇ ਨਾਲ, ਲੋਕਾਂ ਦੇ ਨਾਲ ਕਰਾਂਗੇ। ਇਹ ਇੱਕ ਬਹੁਤ ਵੱਡੀ ਜਿਹੜੀ ਮਨੁੱਖਤਾ ਨੂੰ ਘਾਣ ਕਰਨ ਵਾਲਾ ਜਿਹੜਾ ਇਹ ਕਦਮ ਹੈ ਕਿ ਮਹਾਰਾਸ਼ਟਰ ਦੇ ਵਿੱਚ ਸ਼ਾਇਦ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੈ, ਉਹ ਕੀਤੀ ਗਈ ਹੈ। ਜਿਹੜਾ ਪੂਨੇ ਦੇ ਵਿੱਚ ਉਹਨਾਂ ਦਾ ਘਰ ਸੀਗਾ, ਉੱਥੋਂ ਹਾਂਜੀ, ਕਿ ਇਹਨਾਂ ਵੱਲੋਂ ਇੱਕ ਐਨਜੀਓ ਬਣਾਈ ਹੋਈ ਹੈ ਜਿਹੜੀ ਫੰਡ ਵਗੈਰਾ ਇਕੱਠਾ ਕਰਦੀ ਹੈ। ਉਹ ਇਹ ਵੀ ਉਹਨਾਂ ਦੇ ਉੱਤੇ ਆਰੋਪ ਲਾਏ ਨੇ। ਤੇ ਜਿਹੜੇ ਜਿਹੜੇ ਕਤਲੇਆਮ ਮੁਸਲਿਮ ਕਤਲੇਆਮ ਦੇ ਵਿੱਚ ਮਾਰੇ ਗਏ ਐਮਪੀ ਸੀਗੇ ਅਹਿਸਾਨ ਜਾਫਰੀ, ਉਹਨਾਂ ਦੀ ਜਿਹੜੀ ਪਤਨੀ ਹੈਗੀ ਹੈ ਜ਼ਾਕੀਆ ਜਾਫਰੀ, ਉਹਨਾਂ ਦੇ ਉੱਤੇ ਵੀ ਉਹ ਕਾਰਵਾਈ ਕਰਨ ਦੇ ਲਈ ਚਾਰਾਜੋਈ ਕਰ ਰਹੇ ਨੇ ਕਿ ਇਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਹੱਦ ਹੈ, ਮਤਲਬ ਜਿਹੜੇ ਬੰਦੇ ਇਨਸਾਫ ਮੰਗ ਰਹੇ ਨੇ ਉਹਨਾਂ ਨੂੰ ਵੀ ਨਹੀਂ ਹੁਣ ਛੱਡਿਆ ਜਾ ਰਿਹਾ, ਤਾਂ ਕਿ ਇਹਨਾਂ ਦੇ ਮਗਰ ਕੋਈ ਵੀ ਬੰਦਾ ਪੈਰਵੀ ਵਾਲਾ ਨਾ ਰਹੇ। ਜੀ, ਜੀ, ਜੀ। ਜਿਵੇਂ ਉਹ ਦਿੱਲੀ ਵਿਖੇ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਹੈਗਾ ਇਸ ਘਟਨਾਕ੍ਰਮ ਦਾ, ਕਤਲੇਆਮ ਦਾ, ਉਸੇ ਤਰੀਕੇ ਨਾਲ ਮੈਂ ਸਮਝਦਾ ਮੁਸਲਮਾਨਾਂ ਨੂੰ ਵੀ ਇੱਥੋਂ ਇਨਸਾਫ ਨਹੀਂ ਮਿਲਣਾ। ਕਿਉਂ? ਕਿਉਂਕਿ ਜਿਹੜੇ ਸਾਡੇ ਹਾਕਮ ਨੇ, ਇਨਸਾਫ ਦੇਣ ਵਾਲੇ ਨੇ, ਉਹੀ ਬੰਦੇ ਕਾਤਲ ਨੇ, ਤੇ ਕਾਤਲ ਕਦੇ ਇਨਸਾਫ ਨਹੀਂ ਦਿੰਦੇ ਹਨ। ਖੈਰ, ਜਿਹੜੇ ਅਦਾਲਤਾਂ ਦੇ ਫੈਸਲੇ ਹੁੰਦੇ ਆ, ਸੁਪਰੀਮ ਕੋਰਟ ਦੇ ਫੈਸਲੇ ਹੁੰਦੇ ਆ, ਉਹ ਉਹਨਾਂ ਦੀ ਆਪਣੇ ਤੌਰ ਤੇ ਇੱਕ ਪ੍ਰਵਾਨਤਾ ਹੁੰਦੀ ਆ, ਕਾਨੂੰਨੀ ਤੌਰ ਤੇ ਆਪਾਂ ਕਹਿ ਲਈਏ। ਲੇਕਿਨ ਜਦੋਂ ਸਮਾਜਿਕ ਤੌਰ ਦੇ ਉੱਤੇ ਆਪਾਂ ਗੱਲ ਕਰਦੇ ਆ, ਮੰਨਣ ਯੋਗਤਾ ਇੱਕ ਹੁੰਦੀ ਆ। ਸਭ ਨੂੰ ਪਤਾ ਹੁੰਦਾ ਕਿ ਰਿਐਲਿਟੀ ਜਿਹੜੀ ਕੀ ਹੈਗੀ ਆ, ਹਾਂਜੀ। ਲੇਕਿਨ ਕਈ ਵਾਰੀ ਅਦਾਲਤਾਂ ਦੇ ਵਿੱਚ ਕੇਸ ਨੂੰ ਰਿਪ੍ਰੈਜ਼ੈਂਟ ਏਦਾਂ ਕੀਤਾ ਜਾਂਦਾ ਆ ਜਾਂਚ ਏਜੰਸੀਆਂ ਵੱਲੋਂ, ਜਾਂ ਹਾਲਾਤ ਹੀ ਇਦਾਂ ਦੇ ਪੈਦਾ ਕਰ ਦਿੱਤੇ ਜਾਂਦੇ ਆ ਕਿ ਅਦਾਲਤਾਂ ਉਹਦੀ ਰੋਸ਼ਨੀ ਵਿੱਚ ਵੱਧਾ ਰੁੱਤਾ ਜਿਹਾ ਫੈਸਲਾ ਦੇ ਦਿੰਦੀਆਂ। ਹੁਣ ਗੱਲ ਇਹ ਆ ਜਾਂ ਫਿਰ ਗੱਲ ਹੋ ਰਿਹਾ ਕਿ ਕੋਈ ਜੁਡੀਸ਼ਰੀ ਅੱਜ ਭਾਰਤ ਦੇ ਵਿੱਚ ਅਪੰਗ ਹੋਣ ਤੇ ਆਪਾਂ ਕਹਿ ਸਕਦੇ ਹੈਗੇ ਆ ਕਿ ਦੇਸ਼ ਵੱਡੀ ਪੱਧਰ ਦੇ ਉੱਪਰ ਸੰਸਥਾਵਾਂ ਇਹ ਵੱਡੀਆਂ ਹੈਗੀਆਂ ਸੀਗੀ, ਉਹ ਪ੍ਰਭਾਵਿਤ ਹੋਈਆਂ ਨੇ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ, ਹਾਂਜੀ। ਸੋ ਕੁਝ ਵੀ ਸੰਭਵ ਆ। ਤੇ ਮੈਂ ਜਾਂਦਾ ਜਾਂਦਾ ਇੱਕ ਗੱਲ ਜ਼ਰੂਰ, ਦੋ ਤਿੰਨ ਸਵਾਲਾਂ ਦਾ ਜਵਾਬ ਦਿਓ। ਇੱਕ ਅਹਿਮ ਜਾਣਕਾਰੀਆਂ ਤੁਸੀਂ ਮੇਰੇ ਨਾਲ ਸਾਂਝੀਆਂ ਕੀਤੀਆਂ ਹੈਗੀਆਂ ਨੇ ਕਿ ਹਿੰਦੂ ਸ਼ਰਧਾਲੂ ਮਾਰੇ ਗਏ ਸਾਬਰਮਤੀ ਐਕਸਪ੍ਰੈਸ ਦੇ ਵਿੱਚ, ਉਹਦੇ ਇਹਦੇ ਵਿੱਚ 2000 ਤੋਂ 2500 ਕਿੰਨੀ ਗਿਣਤੀ ਹੋ ਸਕਦੀ ਹੈ ਜਿਹੜੀ ਜਿਹੜੀ ਗੈਰ ਸਰਕਾਰੀ ਆ, ਹਾਂਜੀ, ਜਿਹੜੇ ਮਾਰੇ ਗਏ। ਜਿਹੜਾ 1984 ਦੇ ਵਿੱਚ ਕਤਲੇਆਮ ਹੋਇਆ ਸੀਗਾ, ਹਾਂਜੀ, ਤੁਸੀਂ ਦੱਸਿਆ ਵੈਸੇ ਪਹਿਲਾਂ, ਪਰ ਮੈਂ ਇਹ ਕਹਿੰਦਾ ਕਿ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੇ ਸਿੱਖਾਂ ਦਾ ਕਤਲੇਆਮ ਹੋਇਆ, ਉਹਦੇ ਏਵਜ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਰਿਵੈਂਜ ਵਾਲੀ ਸਥਿਤੀ ਹੋਈ ਹੋਵੇ ਜਾਂ ਕੋਈ ਬਦਲਾ ਲਊ ਕਾਰਵਾਈ ਹੋਈ ਹੋਵੇ ਉਹਨਾਂ ਦਿਨਾਂ ਦੇ ਵਿੱਚ, 2-4 ਦਿਨਾਂ ਦੇ ਵਿੱਚ ਕਿਸੇ ਦਾ ਨੁਕਸਾਨ ਪਹੁੰਚਾਇਆ ਹੋਵੇ, ਤਾਂ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਹੋ ਫਿਰ ਇਹਨੂੰ? ਫਿਰ ਇਹੋ ਜਿਹੇ ਵਰਤਾਰੇ ਨੂੰ ਜਦੋਂ ਭਾਰਤ ਇੱਕ ਲੋਕਤੰਤਰ ਦੇਸ਼ ਮੰਨਿਆ ਜਾਂਦਾ, ਤੇ ਫਿਰ ਜਿਹੜੀ ਬਹੁ ਗਿਣਤੀ ਹੈਗੀ ਉਹਨੂੰ ਕਰਨਾ ਕੀ ਚਾਹੀਦਾ? ਕਿਉਂਕਿ ਕੱਲ ਨੂੰ ਜਦੋਂ ਬਹੁ ਗਿਣਤੀ ਤੇ ਕੋਈ ਜ਼ੁਲਮ ਹੋਇਆ, ਫਿਰ ਉਹ ਕਹਿਣਗੇ ਵੀ ਸਾਡੇ ਤੇ ਜ਼ੁਲਮ ਹੋਇਆ, ਜਿਹਦਾ 700 ਸਾਲ ਜ਼ੁਲਮ ਹੋਇਆ ਉਹਦਾ 30 ਦਾ ਉਹਨਾਂ ਦੇ ਮਨ ਦੇ ਵਿੱਚ, ਹਾਂਜੀ। ਤੇ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਇਹਦੇ ਓਵਰਆਲ, ਇੱਕ ਮੈਂ ਗੱਲ ਕਰਾਂ? ਦੇਖੋ ਜੀ, ਜਿਹੜੀ ਸਰਕਾਰ ਹੈ, ਬਹੁ ਗਿਣਤੀ ਹੈਗੇ ਇਹ ਲੋਕ ਨੇ, ਇਹਨਾਂ ਨੂੰ ਇਹੀ ਚਾਹੀਦਾ ਕਿ ਜੋ ਅਸੀਂ ਅੱਜ ਬੀਜ ਰਹੇ ਹਾਂ, ਜਿਹੜਾ ਬੀਜ ਅਸੀਂ ਬੀਜ ਰਹੇ ਹਾਂ, ਉਹ ਇੱਕ ਨਾ ਇੱਕ ਦਿਨ ਸਾਨੂੰ ਵੱਢਣਾ ਹੀ ਪੈਣਾ।
ਜੀ ਜੇ ਤੁਸੀਂ ਕਿਹੋ ਜਿਹਾ ਕਿਸੇ ਵੀ ਕਮਿਊਨਿਟੀ ਦੇ ਨਾਲ ਸਲੂਕ ਕਰੋਗੇ, ਉਹਦਾ ਇੱਕ ਦਿਨ ਤੁਹਾਨੂੰ ਜਵਾਬ ਹੈ ਜਿਹੜਾ ਉਹ ਜ਼ਰੂਰ ਦੇਣਾ ਪੈਣਾ। ਜਿਹੜੇ ਰਾਜ ਨੇ ਉਹ ਕਦੇ ਸਦੀਵ ਨਹੀਂ ਰਹਿੰਦੇ, ਉਹ ਹੂੰ, ਬਦਲਦੇ ਜੀ ਰਹਿੰਦੇ ਨੇ। ਆਪਾਂ ਪੰਜਾਬ ਦਾ ਇਤਿਹਾਸ ਪੜ੍ਹ ਲਈਏ, ਭਾਰਤ ਦਾ ਇਤਿਹਾਸ ਪੜ੍ਹ ਲਈਏ, ਦੁਨੀਆ ਦਾ ਇਤਿਹਾਸ ਪੜ੍ਹ ਲਈਏ, ਇੰਨੀਆਂ ਵੱਡੀਆਂ-ਵੱਡੀਆਂ ਸਰਕਾਰਾਂ ਆਈਆਂ ਨੇ, ਅਬਦਾਲੀ ਵਰਗੇ ਆਏ ਨੇ, ਨਾਦਰ ਸ਼ਾਹ ਵਰਗੇ ਆਏ ਨੇ, ਔਰੰਗਜ਼ੇਬ ਵਰਗਿਆਂ ਨੇ ਰਾਜ ਕੀਤਾ। ਕੀ ਉਹਨਾਂ ਦਾ ਰਾਜ ਸਥਿਰ ਰਹਿ ਗਿਆ? ਸੋ ਰਾਜ ਜਿਹੜਾ ਹੁਣ ਵੀ ਹੈਗਾ ਇਹ ਵੀ ਸਥਿਰ ਨਹੀਂ ਰਹਿਣਾ, ਇੱਕ ਨਾ ਇੱਕ ਦਿਨ ਪਲਟਾ ਵੱਜਣਾ ਵਾ। ਜੀ ਜੀ ਸੋ ਜਦੋਂ ਪਲਟਾ ਵੱਜਦਾ ਹੁੰਦਾ ਫਿਰ ਜਿਹੜੀਆਂ ਕੌਮਾਂ ਆਪਣੇ ਨਾਲ ਧੱਕੇ ਹੋਏ ਹੁੰਦੇ ਨੇ, ਉਹਨਾਂ ਦਾ ਇਨਸਾਫ ਜ਼ਰੂਰ ਲੈਂਦੀਆਂ ਨੇ। ਤੇ ਇਹਨਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜੇ ਅਸੀਂ ਕਿਸੇ ਨਾਲ ਜ਼ੁਲਮ ਕਰ ਰਹੇ ਹਾਂ ਹੂੰ, ਜੀ ਤੇ ਉਹਦਾ ਇੱਕ ਦਿਨ ਸਾਨੂੰ ਜਵਾਬ ਹੈ ਉਹ ਦੇਣਾ ਹੀ ਪੈਣਾ। ਉਹ ਕੁਦਰਤ ਵੀ ਉਸ ਨੂੰ ਬਖਸ਼ਦੀ ਨਹੀਂ ਹੁੰਦੀ ਜਿਹੜਾ ਕਿਤੇ ਜ਼ੁਲਮ ਕਰਦਾ ਹੁੰਦਾ। 30 ਤੋਂ 35 ਕਰੋੜ ਮੰਨਿਆ ਜਾਂਦਾ ਹੈ ਕਿ ਮੁਸਲਮਾਨ ਭਾਈਚਾਰਾ ਪੰਜਾਬ ਸਮੁੱਚੇ ਭਾਰਤ ਵਿੱਚ। ਭਾਰਤ ਹਾਂਜੀ ਹਾਂਜੀ, ਕੋਈ ਪ੍ਰਤੀਕਰਮ ਆਇਆ ਹੋਵੇ ਜਾਂ ਕੋਈ ਪ੍ਰੋਟੈਸਟ ਦੀ ਗੱਲ ਚੱਲੀ ਹੋਵੇ ਜਾਂ ਕੋਈ ਇਹਨਾਂ 'ਚ ਏਕਤਾ ਦੀ ਗੱਲ ਚੱਲੀ ਹੋਵੇ, ਕਿਉਂਕਿ ਅਸੀਂ 2% ਹੈਗੇ ਆ, ਜੇ ਕੋਈ ਗੱਲ ਹੁੰਦੀ ਤਾਂ ਅਸੀਂ ਰੌਲਾ ਜ਼ਰੂਰ ਪਾਉਂਦੇ ਹਾਂ ਐਟਲੀਸਟ। ਹਾਂਜੀ, ਅਸੀਂ ਇਹ ਕਹਿੰਦੇ ਹਾਂ ਕਿ ਪ੍ਰੋਟੈਸਟ ਕਰਦੇ ਹਾਂ ਅਸੀਂ। ਹਾਂਜੀ, ਕੋਈ ਮਾੜਾ ਮੋਟਾ ਕੋਈ ਆਵਾਜ਼ ਆਈ ਹੋਵੇ ਇਹਨਾਂ ਦੇ ਆਪਣੇ ਭਾਈਚਾਰੇ 'ਚ? ਦੇਖੋ ਜੀ, ਹਜੇ ਤੱਕ ਤੇ ਮੈਂ ਕਿਤੇ ਇਹ ਗੱਲ ਨਹੀਂ ਪੜ੍ਹੀ ਉਹਨਾਂ ਵੱਲੋਂ ਕੋਈ ਸਟੇਟਮੈਂਟ ਆਈ ਹੋਵੇ, ਪਰ ਉਹ ਸਮੁੱਚੇ ਭਾਈਚਾਰੇ ਨੂੰ ਇਸ ਆਵਾਜ਼ ਨੂੰ ਮਤਲਬ ਬੁਲੰਦ ਕਰਨਾ ਪਵੇਗਾ ਜੇਕਰ ਉਹ ਇਸ ਮੁਲਕ ਦੇ ਵਿੱਚ ਸਰਵਾਈਵ ਕਰਨਾ ਚਾਹੁੰਦੇ ਨੇ, ਜੇ ਉਹ ਇਸ ਮੁਲਕ ਦੇ ਵਿੱਚ ਆਪਣੀ ਥਾਂ ਰੱਖਣਾ ਚਾਹੁੰਦੇ ਨੇ। ਹਾਂਜੀ ਨਹੀਂ, ਇਸ ਤਰੀਕੇ ਦਾ ਜਿਹੜਾ ਫੈਸਲਾ ਇਹ ਸਿੱਖਾਂ ਲਈ ਵੀ ਬੜਾ ਖਤਰਨਾਕ ਹੈ ਕਿ ਜਿੱਥੇ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਉਸ ਲਿਸਟ 'ਚੋਂ ਬਰੀ ਕਰ ਦਿੱਤਾ ਤੇ ਦੂਜੇ ਪਾਸੇ ਜਿਹੜੇ ਬੰਦੇ ਪੈਰਵਾਈ ਕਰ ਰਹੇ ਸੀ, ਕੇਸ ਲੜ ਰਹੇ ਸੀ, ਉਹਨਾਂ ਨੂੰ ਉਲਟਾ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ। ਤੋ ਇਹ ਇੱਕ ਗੱਲ ਹੈ ਨਾ ਜਿਹੜੀ, ਇਹ ਬਹੁਤ ਜ਼ਿਆਦਾ ਖਤਰਨਾਕ ਹੈ। ਸਾਡੇ ਨਵੀਂ ਨਾਲ ਵੀ ਕਈ ਸ਼ੁਰੂ। ਵਾਰੀ ਪਹਿਲਾਂ ਵਾਪਰੀ ਹੈ, ਪਰ ਅੱਗੇ ਨੂੰ ਹੋਰ ਜ਼ਿਆਦਾ ਇਸ ਗੱਲ ਨੂੰ ਬੜਾ ਧਿਆਨ ਦੇਣਾ ਪਵੇਗਾ ਕਿ ਇਹੋ ਜਿਹਾ ਸਾਡੇ ਨਾਲ ਨਾ ਵਾਪਰੇ। ਉਹਦੇ ਲਈ ਸਾਨੂੰ ਕੋਈ ਠੋਸ ਵਿਉਂਤਬੰਦੀ ਕਰਨੀ ਪਵੇਗੀ। ਜੀ ਜੀ, ਕੋਈ ਪ੍ਰਤੀਕਰਮ ਜਿਹੜਾ ਇੰਨੀ ਵੱਡੀ ਗਿਣਤੀ 'ਚ ਕੋਈ ਇੱਕ ਭਾਈਚਾਰਾ ਰਹਿੰਦਾ ਹੋਵੇ, 35 ਕਰੋੜ, ਇੰਨਾ ਡਰ ਆ, ਇੰਨਾ ਸਹਿਮ ਆ, ਹਾਂਜੀ, ਅੱਜ ਦੀ ਹਕੂਮਤ ਦਾ। ਕੋਈ ਪ੍ਰਤੀਕਰਮ ਵਿਰੋਧੀ ਪਾਰਟੀਆਂ, ਰਾਜਸੀ ਪਾਰਟੀਆਂ ਦੀ ਮੈਂ ਗੱਲ ਕਰੂੰਗਾ, ਕਾਂਗਰਸ ਆ, ਜਿਵੇਂ ਕਿ ਕਾਮਰੇਡ ਪਾਰਟੀਆਂ ਹੈ, ਕਮਿਊਨਿਸਟ ਪਾਰਟੀਆਂ ਹੈਗੀਆਂ ਨੇ, ਮਮਤਾ ਬੈਨਰਜੀ ਦੀ ਪਾਰਟੀ ਹੈਗੀ ਆ ਪੱਛਮੀ ਬੰਗਾਲ ਦੇ ਵਿੱਚ। ਹਾਂਜੀ, ਫਿਰ ਇੱਧਰ ਕੁਛ ਕਾਮਰੇਡ ਧਿਰਾਂ ਹੈਗੀਆਂ ਸੀ ਜਿਹੜੀਆਂ ਸਾਡੀਆਂ ਆਪਣੇ ਆਪ ਦੇ ਵਿੱਚ ਨਕਲ ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੀਆਂ ਸੀ ਜਦੋਂ ਕਿਸਾਨੀ ਸੰਘਰਸ਼ ਚੱਲਿਆ ਸੀ। ਹਾਂਜੀ, ਉਹ ਬੋਲੀਆਂ ਕੋਈ ਵੀ ਨਹੀਂ ਬੋਲਿਆ, ਤੁਸੀਂ ਦੱਸ ਰਹੇ ਜੇ। ਹਾਂਜੀ, ਸੋ ਗੱਲ ਕੁੱਲ ਆ ਕੇ ਇੱਥੇ ਮੁੱਕਦੀ ਏ ਕਿ ਬੇਇਨਸਾਫੀ ਦੇ ਖਿਲਾਫ ਜਿੱਦਾਂ ਤੁਸੀਂ ਦੱਸਿਆ ਕਿ ਧਰਮਾਂ ਤੋਂ ਉੱਪਰ ਉੱਠ ਕੇ ਖੜਨਾ ਚਾਹੀਦਾ, ਮੈਂ ਤੇ ਮੰਨਦਾ। ਅਫਸੋਸ ਕਿ ਇਹ ਤਾਂ ਹੁੰਦਾ ਨਹੀਂ ਆ। ਹਾਂਜੀ, ਲੇਕਿਨ ਭਾਰਤ ਦੇ ਸਮੁੱਚੇ ਇੱਕ ਸਿਸਟਮ ਦੇ ਵਿੱਚ ਜਿੰਨਾ ਚਿਰ ਤੱਕ ਜੁਡੀਸ਼ਰੀ ਦੀ ਆਸ ਹੁੰਦੀ ਆ, ਜੇ ਉਹ ਵੀ ਉੱਥੋਂ ਵੀ ਨਿਰਾਸ਼ਾ ਮਿਲ ਜਾਵੇ, ਜਿਹੜੀ ਬਹੁ ਗਿਣਤੀ ਹੈਗੀ ਆ ਉਹ ਵੀ ਗਲਤ ਨੂੰ ਗਲਤ ਨਾ ਕਵੇ, ਰਾਜਸੀ ਪਾਰਟੀਆਂ ਖਤਮ ਹੋ ਜਾਣ ਇੱਕ ਕਿਸਮ ਦੇ ਨਾਲ, ਉਹਨਾਂ ਦਾ ਆਧਾਰ ਹੀ ਵਜੂਦ ਹੀ ਮਰਜਨਲਾਈਜ਼ ਹੋਇਆ ਹੋਵੇ। ਹਾਂਜੀ, ਤੇ ਫਿਰ ਗੱਲ ਕਿੱਥੇ ਖੜਦੀ ਹੈਗੀ ਆ, ਦੇਸ਼ ਜਾਂਦਾ ਕਿਹੜੇ ਪਾਸੇ ਨੂੰ ਆ, ਇਹ ਸਾਨੂੰ ਸੋਚਣ ਦੀ ਲੋੜ ਹੈਗੀ ਆ। ਤੋ ਤੁਸੀਂ ਲਾਸਟ ਤੇ ਕੋਈ ਪੁਆਇੰਟ ਸਾਂਝਾ ਕਰਨਾ ਚਾਹੋਗੇ ਐਟਲੀਸਟ, ਵੀ ਆਪਾਂ ਹੁਣ ਪ੍ਰੋਗਰਾਮ ਸਮਾਪਤ ਕਰਨਾ ਇਸ ਤੋਂ ਬਾਅਦ, ਵੀ ਐਟਲੀਸਟ ਜੇ ਆਪਾਂ ਆਪਣੀ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ, ਸਤਰੰਮ ਦੇ ਵਿੱਚ 1984 ਦੇ ਕਤਲੇਆਮ ਦੇ ਇਨਸਾਫ ਦੀ ਗੱਲ ਕਰੀਏ, ਤੇ ਪਿੱਛੇ ਜੇ ਕੋਈ ਫੜੋ ਫੜਾਈ ਹੋਈ ਸੀ, ਕੋਈ ਵਿਖਾਵੇ ਵਾਲੀ ਗੱਲ ਹੈ ਜਾਂ ਅੱਜ ਆਪਣਾ ਕਿੱਥੇ ਕੇਸ ਖੜਾ? 1 ਮਿੰਟ ਦੇ ਵਿੱਚ ਦੱਸਿਓ ਮਾੜਾ ਜਿਹਾ। ਦੇਖੋ ਜੀ, ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ ਸੀਗਾ, ਤੁਸੀਂ ਉਸ ਦੀ ਗੱਲ ਕਰ ਰਹੇ ਹੋ ਨਾ? ਹਾਂਜੀ ਦੇਖੋ, ਉਹਦੇ ਤੇ ਦੇਖੋ ਸਾਨੂੰ ਇਨਸਾਫ ਹੈ ਜਿਹੜਾ ਮਤਲਬ ਮੰਨਦੇ ਆ ਕਿ ਨਹੀਂ ਮਿਲਣਾ, ਪਰ ਜੀ ਜੀ ਅਸੀਂ ਜਿਹੜੀ ਆਵਾਜ਼ ਹੈ ਉਹਦੀ ਜ਼ਰੂਰ ਬੁਲੰਦ ਕਰਦੇ ਰਹਿਣਾ। ਤੁਸੀਂ ਦੇਖੋ ਕਿ ਹੁਣ ਜਿਹੜਾ ਕਾਨਪੁਰ 'ਚ ਵੀ ਉਸ ਸਮੇਂ ਕਤਲੇਆਮ ਹੋਇਆ ਸੀ, ਤੇ ਕਾਨਪੁਰ 'ਚ ਜਿਨ੍ਹਾਂ ਨੇ ਸਿੱਖਾਂ ਨੂੰ ਜਿਉਂਦਿਆਂ ਸਾੜਿਆ ਸੀਗਾ, ਘਰਾਂ ਨੂੰ ਅੱਗਾਂ ਲਾਈਆਂ ਸੀਗੀਆਂ, ਬੀਬੀਆਂ ਦੀ ਬੇਇੱਜ਼ਤੀ ਕੀਤੀ ਸੀਗੀ, ਉਹ ਹੁਣ ਭਾਰਤ ਸਰਕਾਰ ਨੇ, ਉੱਥੋਂ ਦੀ ਬੀਜੇਪੀ ਗੌਰਮੈਂਟ ਨੇ 38 ਸਾਲ ਬਾਅਦ
38 ਸਾਲ ਬਾਅਦ 4 ਕ ਬੰਦੇ ਫੜੇ ਨੇ। ਸੋ ਇੱਕ ਵੱਡਾ ਇਹ ਬਹਿਸ ਦਾ ਵਿਸ਼ਾ ਹੈਗਾ, ਆਪਣੇ ਕੋਲ ਸਮਾਂ ਹੁਣ ਥੋੜ੍ਹਾ, ਹਾਂਜੀ, ਕਿ ਸਰਕਾਰ ਦੀ ਯਾਨੀ ਕਿ ਨਿਗਾਹ 'ਚ ਸੀਗੇ ਬੰਦੇ, ਉਹ ਪਹਿਲਾਂ ਕਿਉਂ ਨਹੀਂ ਫੜੇ ਗਏ? ਹੁਣ ਸਿਰਫ ਇਸ ਲਈ ਫੜੇ ਨੇ, ਉਹਨਾਂ ਨੇ ਇਹ ਨਹੀਂ ਕਿ ਸਿੱਖਾਂ ਨੂੰ ਇਨਸਾਫ ਦੇ ਰਹੀ ਹੈ ਬੀਜੇਪੀ, ਸਿਰਫ ਇਸ ਲਈ ਫੜੇ ਨੇ ਕਿ ਅਸੀਂ ਕਾਂਗਰਸ ਨੂੰ ਦੋਸ਼ੀ ਬਣਾਉਣਾ। ਜੀ, ਜੀ। ਤੋ ਜੇ 38 ਸਾਲ ਬਾਅਦ ਪੁਲਿਸ ਨੂੰ ਪਤਾ ਕਿ ਫਲਾਣੇ ਬੰਦੇ ਨੇ ਕਤਲੇਆਮ ਕੀਤਾ ਸੀਗਾ, ਉਹ ਹੁਣ ਫੜ ਲਏ ਨੇ, ਉਹ ਪਹਿਲਾਂ ਵੀ ਫੜੇ ਜਾ ਸਕਦੇ ਸੀ। ਤੋ ਇਸ ਲਈ ਸਾਨੂੰ ਆਪਣੀ ਆਵਾਜ਼ ਹੈ, ਉਹ ਬੁਲੰਦ ਕਰਦੇ ਰਹਿਣਾ ਪਵੇ। ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਆਪਾਂ ਅੱਜ ਇਹ ਤੇ ਵਿਚਾਰ ਚਰਚਾ ਕੀਤੀ ਆ, ਮੁੱਦਾ ਬੜਾ ਸੰਵੇਦਨਸ਼ੀਲਤਾ ਵਾਲਾ ਆ। ਜਿੰਨੀ ਚਰਚਾ ਕਰ ਲਈਏ ਥੋੜ੍ਹੀ ਆ, ਸਮੇਂ ਦੀ ਘਾਟ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਪਹਿਲੂਆਂ ਤੇ ਵਿਚਾਰ ਕਰਾਂਗੇ ਕਿ ਐਕਚੁਅਲੀ ਹੋਣਾ ਕੀ ਚਾਹੀਦਾ ਹੈਗਾ ਆ, ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੈਗਾ ਆ, ਜਿਹੜੀਆਂ ਭਾਰਤ ਦੀਆਂ ਘੱਟ ਗਿਣਤੀਆਂ ਹੈਗੀਆਂ ਉਹਨਾਂ ਨੂੰ ਕੀ ਪ੍ਰੀਕਾਸ਼ਨ ਲੈਣ ਦੀ ਲੋੜ ਹੈਗੇ ਆ, ਕਿੱਦਾਂ ਸੰਘਰਸ਼ ਕਰਨਾ ਚਾਹੀਦਾ ਹੈਗਾ ਆ, ਤੇ ਧਰਮਾਂ ਤੋਂ ਉੱਠ ਕੇ ਜੇ ਇਨਸਾਫ ਦੀ ਖਾਤਰ ਕੋਈ ਹੂਕ ਉੱਠ ਸਕਦੀ ਆ ਤੇ ਉਹ ਉਠਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਸੋ ਤੁਸੀਂ ਡਾਟਿਆਂ ਸਹਿਤ ਸਾਰਾ ਵੇਰਵਾ ਦਿੱਤਾ ਪ੍ਰੋਗਰਾਮ ਦੇ ਵਿੱਚ, ਜਿੰਨੀਆਂ ਘਟਨਾਵਾਂ ਦਾ ਵੇਰਵਾ ਦਿੱਤਾ ਆ, ਬੜੇ ਹਿਰਦੇ ਵੇਦਕ ਇਹ ਜਾਣਕਾਰੀ ਹੈਗੀ ਆ। ਸੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਇਹਦੇ ਤੇ ਵਿਚਾਰ ਚਰਚਾ ਹੋਰ ਕਰਾਂਗੇ। ਫਿਲਹਾਲ ਅਸੀਂ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਖਾਲਸਾ, ਕੀ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ